पग पंकज बंदन सिमरो अंगद दुख निकंदन अंगद दुख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन बिघ्नन के नासक बिघ्नन के नासक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह बिसाला तरों तरा पर पुन पुन सीसा जी पुन सीसा बंदों बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एक अंकार सतगुरु तेह प्रसाद सच होए वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा। भाई गोंदा गुर भगत गुरमूरत को ध्यान दरसह दर्शन हृदय में है सदा नेम इम जान। भाई गोंदा गुर भगत गुरमूरत को ध्यान। सच्चे पातशाह गरीब नवाज दीन दुनिया दे मालक चबर छत्र तखत दे मालक समरथ गुरु परतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह दासां गरीबां सिखां सेवकां दी इज्जत रखण वाले पत रखण वाले दया करन वाले रहमतां करन वाले दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह धन धन सतगुरु जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज। कोई रसना बांझी ना रहे प्यार नाल गज के सारी संगत कहो जी धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु जी दी महान पवित्र पावन हाजरी विखे सुभाएमान संगत जी आप जी बड़े ही प्यार नाल सतगुरु जी की पवित्र पावन हाजरी विच सज के बैठे हो। आओ बड़े प्यार नाल सारी संगत रल के फतेह बुलाइए जी।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਵੇਂ ਗੁਰੂ ਨਾਨਕ ਸਤਵੇਂ ਪਾਤਸ਼ਾਹ ਸਾਡੇ ਸਤਿਗੁਰੂ ਜੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਆਗਮਨ ਗੁਰਪੁਰਬ ਸਿੱਖ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਮਨਾਉਣਾ ਹੈ। ਸੋ ਅੱਜ ਦੇ ਦਿਨ ਤੇ ਕੱਲ੍ਹ ਸ਼ਾਮਾਂ ਵਾਲੇ ਦੀਵਾਨ ਦੇ ਵਿੱਚ ਆਪਾਂ ਗੁਰੂ ਸਾਹਿਬ ਜੀ ਦਾ ਹੀ ਜਸ ਸਰਵਣ ਕਰਾਂਗੇ ਜੀ। ਅੱਜ ਹੁਣ ਗੁਰੂ ਹਰਿਰਾਏ ਸਾਹਿਬ ਜੀ ਦੀ ਕਥਾ ਇਸ ਕਰਕੇ ਹੈ ਤਾਂ ਕਿ ਸਾਡੇ ਮਨਾਂ ਦੇ ਵਿੱਚ ਭਾਵਨਾ ਬਣ ਜਾਏ, ਉਤਸ਼ਾਹ ਬਣੇ ਗੁਰੂ ਸਾਹਿਬ ਜੀ ਦੇ ਗੁਰਪੁਰਬ ਨੂੰ ਲੈ ਕੇ। ਕੋਈ ਰਸਨਾਵਾਂਝੀ ਨਾ ਰਹੇ, ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਬਹੁਤਾ ਸਮਾਂ ਆਪਣੇ ਜੀਵਨ ਦਾ ਰਹੇ ਜੀ। ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਜ਼ਿਆਦਾ ਸਮਾਂ ਮਹਾਰਾਜ ਉੱਥੇ ਰਹੇ ਹੈ। ਸਿੱਖ ਸੰਗਤਾਂ ਨੂੰ ਮਹਾਰਾਜ ਜੀ ਨੇ ਤਾਰਿਆ। ਗੁਰੂ ਜੀ ਦੇ ਬੇਅੰਤ ਕੌਤਕ ਹਨ, ਕੱਲ੍ਹ ਨੂੰ ਵੀ ਆਪਾਂ ਸਰਵਣ ਕਰਨੇ ਹਨ ਜੀ। ਗੁਰੂ ਸਾਹਿਬ ਜੀ ਦਾ ਜੀਵਨ ਬੜਾ ਸਿੱਖਿਆ ਭਰਪੂਰ ਜੀਵਨ ਹੈ। ਮੁੱਢ ਤੋਂ ਹੀ ਲੈ ਕੇ, ਆਰੰਭਤਾ ਤੋਂ ਲੈ ਕੇ ਮਹਾਰਾਜ ਜੀ ਦੇ ਜੋਤੀ ਜੋਤ ਤੱਕ ਗੁਰੂ ਹਰਿਰਾਏ ਸਾਹਿਬ ਜੀ ਦਾ ਸਾਰਾ ਜੀਵਨ ਹੀ ਬੜਾ ਸਿੱਖਣ ਵਾਲਾ, ਕਮਾਲ ਵਾਲਾ ਤੇ ਬਖਸ਼ਿਸ਼ਾਂ ਨਾਲ ਭਰਿਆ ਹੋਇਆ ਹੈ ਜੀ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਛੋਟੀ ਉਮਰ ਵਿੱਚ ਹੀ ਗੁਰਤਾ ਗੱਦੀ ਤੇ ਸੱਜ ਗਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਰੀਬ ਨਵਾਜ ਜੀ ਦੇ ਪੋਤਰੇ ਹਨ ਜੀ। ਬਾਬਾ ਗੁਰਦਿੱਤਾ ਸਾਹਿਬ ਜੀ ਦੀ ਬਹੁਤ ਵੱਡੀ ਕਮਾਈ ਜੀ, ਬਹੁਤ ਵੱਡੀ ਕਮਾਈ ਹੈ ਬਾਬਾ ਗੁਰਦਿੱਤਾ ਜੀ ਦੀ, ਜਿਸ ਕਰਕੇ ਗੁਰੂ ਹਰਿਰਾਏ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਆਗਮਨ ਧਾਰਨ ਕੀਤਾ ਹੈ ਜੀ। ਇਤਿਹਾਸ ਵਿੱਚ ਦੋ ਨਾਮ ਆਉਂਦੇ ਆ, ਇੱਕ ਮਾਤਾ ਨਿਹਾਲ ਕੌਰ ਜੀ, ਦੂਜਾ ਮਾਤਾ ਅਨੰਤੀ ਜੀ। ਮਾਤਾ ਨਿਹਾਲ ਕੌਰ ਜੀ ਦੇ ਗ੍ਰਹਿ ਵਿਖੇ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਆਏ ਹਨ ਜੀ। ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਕਰਨ ਦਾ ਅੰਦਾਜ਼ ਜਿਹੜਾ ਸੀਗਾ ਉਹ ਨਿਰਾਲਾ ਸੀਗਾ ਜੀ। ਹੁਣ ਵੀ ਨਿਰਾਲਾ ਹੀ ਹੈ, ਕਿਉਂ ਮੇਰੇ ਮੁਖੋਂ ਸੀ ਸ਼ਬਦ ਨਿਕਲਿਆ, ਮੈਨੂੰ ਮਾਫੀ ਕਰਿਓ, ਪਰ ਸੱਚ ਇਹ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ। ਬੇਅੰਤ ਸਿੱਖ ਮਹਾਰਾਜ ਜੀ ਦੇ ਕੋਲ ਆਏ ਜੀ। ਇੱਕ ਸਿੱਖ ਦਾ ਜ਼ਿਕਰ ਕਰਕੇ ਮੈਂ ਕਵੀ ਸੰਤੋਖ ਸਿੰਘ ਜੀ ਨੇ ਜੋ ਸਾਨੂੰ ਕਥਾ ਵਿੱਚ ਦਰਸ਼ਨ ਕਰਾਏ ਹੈ ਮਹਾਰਾਜ ਜੀ ਦੇ, ਉਹ ਆਪਾਂ ਦਰਸ਼ਨ ਕਰਨ ਦਾ ਯਤਨ ਕਰਾਂਗੇ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਨੇ। ਪਾਕਿਸਤਾਨ ਦੇ ਇਲਾਕੇ ਦੇ ਵਿੱਚ ਇੱਕ ਸਿੱਖ ਰਹਿੰਦਾ ਹੈ ਗੁਰੂ ਜੀ ਦਾ ਪਿਆਰਾ, ਜਿਹਦਾ ਨਾਮ ਹੈ ਭਾਈ ਸ਼ਾਮੂ। ਇਹਨੂੰ ਧਿਆਨ ਨਾਲ ਸੁਣਨ ਦਾ ਯਤਨ ਕਰਿਓ। ਭਾਈ ਸ਼ਾਮੂ ਮਹਾਰਾਜ ਜੀ ਦਾ ਸਿੱਖ ਹੈ। ਪਾਕਿਸਤਾਨ ਦੇ ਇਲਾਕੇ ਵਿੱਚੋਂ ਸਿੱਖ ਸੰਗਤਾਂ ਕੀਰਤਪੁਰ ਸਾਹਿਬ ਆਈਆਂ ਵੀ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕਰਨੇ ਹੈ। ਭਾਈ ਸ਼ਾਮੂ ਜੀ ਜਪਜੀ ਸਾਹਿਬ ਦੇ ਅਭਿਆਸੀ ਸਿੱਖ ਸਨ ਜੀ। ਬਹੁਤ ਗੁਰਸਿੱਖ ਆਪੋ ਆਪਣੇ ਤਰੀਕੇ ਨਾਲ ਬਾਣੀਆਂ ਦਾ ਅਭਿਆਸ ਕਰਦੇ ਆ। ਕੋਈ ਸਿੱਖ ਚੌਪਈ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ, ਕੋਈ ਮੂਲ ਮੰਤਰ ਦਾ ਹੀ ਪਾਠ ਕਰਦਾ, ਕਈ ਸਾਰਾ ਹੀ ਜਪਜੀ ਸਾਹਿਬ ਪੜ੍ਹਦੇ ਅਭਿਆਸੀ ਨੇ ਜੀ। ਭਾਈ ਸ਼ਾਮੂ ਜੀ ਜਪਜੀ ਸਾਹਿਬ ਦੇ ਪਾਠ ਦੇ ਅਭਿਆਸੀ ਨੇ ਜੀ। ਹੁਣ ਉਹ ਜਦੋਂ ਅਭਿਆਸ ਕਰਦੇ ਆ, ਹਰ ਰੋਜ਼ ਇੱਕ ਪੰਗਤੀ ਪੜ੍ਹਦੇ ਆ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਰ। ਜਿਹੜੇ ਗੁਰਮੁਖ ਨੇ ਨਾ ਉਹ ਬੜੇ ਗਹਿਰੇ ਜਾਂਦੇ ਨੇ ਜੀ। ਅਸੀਂ ਉੱਤੋਂ ਬਾਣੀ ਪੜ੍ਹ ਲੈਂਦੇ ਹਾਂ, ਉੱਤੋਂ ਅਰਥ ਕਰ ਲਾਂਗੇ ਜੀ। ਭਾਈ ਸ਼ਾਮੂ ਜੀ ਸੋਚਣ ਵੀ ਇਹ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ, ਪੰਗਤੀ ਦੇ ਅਰਥ ਕੀ ਬਣਨਗੇ। ਹੁਣ ਆਪਾਂ ਤਾਂ ਕਹਿ ਦਿਆਂਗੇ ਵੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਸਵਾਲ ਦਾ ਜਵਾਬ ਹੈਗਾ ਜੀ। ਭਾਈ ਸ਼ਾਮੂ ਜੀ ਗਹਿਰੇ ਗਏ ਤੇ ਮਨ ਵਿੱਚ ਫੁਰਨਾ ਬਣਾਇਆ, ਮਨਾ ਜਦੋਂ ਮੈਂ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਜਾਵਾਂਗਾ
ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਾਂਗਾ ਵੀ ਮਹਾਰਾਜ ਇਸ ਪੰਕਤੀ ਦਾ ਕੀ ਅਰਥ ਹੈ ਜੀ। ਬੜੇ ਚੰਗੇ ਭਾਗ ਹੋਣ। ਫਿਰ ਉਂਝ ਮੈਂ ਇਹ ਵੀ ਬੇਨਤੀ ਕਰਾਂ, ਅਰਥ ਪਤਾ ਹੋਵੇ ਜਾਂ ਨਾ ਪਤਾ ਹੋਵੇ, ਜਿਹਨੇ ਗੁਰਬਾਣੀ ਧਿਆਨ ਨਾਲ ਸੁਣੀ ਹੈ ਨਾ, ਗੁਰਬਾਣੀ ਉਹਦੇ ਉੱਤੇ ਅਸਰ ਜ਼ਰੂਰ ਕਰੇਗੀ ਜੀ। ਬਹੁਤ ਵਾਰ ਆਪਾਂ ਪੜ੍ਹਦੇ ਹਾਂ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਕਿਤੇ ਸਤਿਗੁਰੂ ਨੇ ਇਹ ਨਹੀਂ ਕਿਹਾ ਵੀ ਅਰਥ ਕਰਕੇ ਜਿਨ੍ਹਾਂ ਬਾਣੀ ਦੇ ਅਰਥ ਕੀਤੇ ਉਹਨਾਂ ਦੇ ਦੁੱਖ ਉਤਰੇ, ਨਹੀਂ, ਜਿਨ੍ਹਾਂ ਪ੍ਰੇਮ ਨਾਲ ਬਾਣੀ ਸੁਣੀ ਉਹਨਾਂ ਦੇ ਦੁੱਖ ਦੂਰ ਹੋ ਗਏ ਜੀ। ਫਿਰ ਮਹਾਰਾਜ ਨੇ ਕਿਹਾ, ਬਾਣੀ ਵਿੱਚ ਹੋਰ ਪੰਕਤੀਆਂ ਨੇ, ਗੁਰਬਾਣੀ ਦੇ ਸੁਣਨ ਪ੍ਰਥਾਏ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਵਾਹਿਗੁਰੂ ਪਰਮਗਤ ਤੇਰੀ, ਸੁਣਨ ਦੀ ਗੱਲ ਕੀਤੀ ਮਹਾਰਾਜ ਨੇ। ਚੇਤਾ ਰੱਖਿਓ, ਜਿਹੜਾ ਸਿੱਖ ਧਿਆਨ ਨਾਲ, ਪ੍ਰੇਮ ਨਾਲ, ਇਕਾਗਰਤਾ ਦੇ ਨਾਲ ਬਾਣੀ ਸੁਣੇਗਾ, ਉਹਦੇ ਉੱਤੇ ਬਾਣੀ ਅਸਰ ਜ਼ਰੂਰ ਪਾਏਗੀ। ਭਾਈ ਸ਼ਾਮੂ ਜੀ ਜਪਜੀ ਸਾਹਿਬ ਮੁੱਖ ਕਰਕੇ ਨਹੀਂ ਕਰਦੇ, ਸੁਰਤ ਕਰਕੇ ਪਾਠ ਨੂੰ ਸੁਣਦੇ ਵੀ ਗਏ। ਹਰ ਰੋਜ਼ ਬਾਣੀ ਪੜ੍ਹਨੀ, ਹਰ ਰੋਜ਼ ਪੰਕਤੀ ਸਾਹਮਣੇ ਆਉਣੀ, ਮਨ ਵਿੱਚ ਫੁਰਨਾ ਬਣਿਆ। ਭਾਈ ਸ਼ਾਮੂ ਜੀ ਜਦੋਂ ਸਿੱਖ ਸੰਗਤਾਂ ਨਾਲ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਬਾਰ 'ਚ ਆਏ, ਪਿਆਰਿਓ, ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਇੰਨੇ ਸੋਹਣੇ ਨੇ, ਮਹਾਰਾਜ ਦੇ ਕੋਲੋਂ ਭੈ ਇੰਨਾ ਆਉਂਦਾ ਸੀਗਾ ਕਿ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਉਹ ਗੱਲ ਨਹੀਂ ਕਰ ਪਾ ਰਹੇ ਵੀ ਜਿਹੜੇ ਅਰਥ ਪੁੱਛਣੇ ਸਨ, ਪੁੱਛਣ ਦੀ ਹਿੰਮਤ ਨਹੀਂ ਸੀ ਪੈਦਾ ਹੁੰਦੀ ਜੀ। ਮਨ ਨੇ ਡਰ ਜਾਣਾ। ਸਾਰੀਆਂ ਸਿੱਖ ਸੰਗਤਾਂ ਤੁਰਨ ਲੱਗੀਆਂ, ਸਾਰੇ ਆਗਿਆ ਮੰਗਦੇ ਆ। ਭਾਈ ਸ਼ਾਮੂ ਜੀ ਵੀ ਨਮਸਕਾਰ ਕਰਕੇ ਆਗਿਆ ਮੰਗਦੇ ਆ। ਮਹਾਰਾਜ ਕਹਿੰਦੇ ਆਗਿਆ ਤੇ ਹੈ, ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ, ਪਰ ਮਹਾਰਾਜ ਕਹਿੰਦੇ ਪਿਆਰਿਆ, ਜਿਹੜਾ ਸਵਾਲ ਮਨ ਵਿੱਚ ਲੈ ਕੇ ਆਇਆ ਉਹ ਪੁੱਛਣਾ ਨਹੀਂ ਹੈ। ਭਾਈ ਸ਼ਾਮੂ ਜੀ ਨਿਹਾਲ ਹੋ ਗਏ ਜੀ, ਕਿਉਂ ਗੱਲ ਮਨ ਵਿੱਚ ਤੇ ਸੀ, ਪਰ ਮੁੱਖੋਂ ਕਰਨ ਦਾ ਹੀਆ ਨਹੀਂ ਸੀ ਪੈਦਾ ਹੁੰਦਾ ਜੀ। ਭਾਈ ਸ਼ਾਮੂ ਜੀ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਦੇ ਨਾਲ ਰੋਜ਼ ਬਾਣੀ ਪੜ੍ਹਦਾ ਹਾਂ। ਮਹਾਰਾਜ, ਜਪਜੀ ਸਾਹਿਬ ਦਾ ਪਾਠ ਕਰਦਿਆਂ ਪੰਕਤੀ ਆਉਂਦੀ ਹੈ, ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ। ਹੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਪੰਕਤੀ ਦੇ ਅਰਥ ਦੱਸ ਦਿਓ, ਇਸ ਪੰਕਤੀ ਦੇ ਅਰਥ ਕੀ ਹਨ। ਗੁਰੂ ਹਰਿਰਾਏ ਸਾਹਿਬ ਮੁਸਕਰਾਏ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ, ਪੰਕਤੀ ਦੇ ਅਰਥ ਗਿਆਨੀ ਬਣਨ ਵਾਸਤੇ ਪੁੱਛ ਰਹੇ ਆ ਜਾਂ ਸਚਿਆਰ ਬਣਨ ਵਾਸਤੇ ਪੁੱਛ ਰਹੇ ਆ? ਗੱਜ ਕੇ ਆਖੋ ਵਾਹਿਗੁਰੂ। ਬਹੁਤ ਸਾਰੇ ਲੋਕ ਪੰਕਤੀਆਂ ਦੇ ਅਰਥ, ਗੁਰਬਾਣੀ ਦੇ ਅਰਥ ਇਸ ਕਰਕੇ ਯਾਦ ਰੱਖਦੇ ਆ, ਕਿਤੇ ਵਿਚਾਰ ਚਰਚਾ ਹੋਏਗੀ, ਅਸੀਂ ਵੀ ਅਰਥ ਦੱਸਾਂਗੇ, ਇਹਦਾ ਅਰਥ ਇਹ ਹੈ, ਲੋਕ ਕਹਿਣਗੇ ਬੜਾ ਗਿਆਨੀ ਹੈਗਾ ਹੈ ਜੀ। ਜਾਂ ਫਿਰ ਸਾਡੇ ਵਰਗੇ ਪ੍ਰਚਾਰਕ ਗੁਰਮੁਖ ਪਿਆਰੇ ਜਿਹੜੇ ਆ, ਉਹ ਵੀ ਅਰਥ ਪੜ੍ਹਦੇ ਆ ਵੀ ਸੰਗਤ ਨੂੰ ਸੁਣਾਉਣੇ ਆ, ਪਰ ਸੁਣਾਉਣ ਤੱਕ ਹੀ ਸੀਮਤ ਰਹਿ ਜਾਂਦੇ ਆ ਜੀ। ਹੁਣ ਜਪਜੀ ਸਾਹਿਬ ਤੇ ਅਸੀਂ ਵੀ ਬੜੀ ਵਾਰੀ ਪੜ੍ਹਿਆ, ਪਰ ਧਿਆਨ ਥੋੜ੍ਹੀ ਦਿੱਤਾ ਵੀ ਕਿਵ ਸਚਿਆਰਾ ਹੋਈ ਹੈ। ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਕਰਕੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਝੂਠ ਨਾਲ ਪੱਕੀ ਸਾਂਝ ਹੈਗੀ ਹੈ ਜੀ। ਝੂਠ ਬੋਲਣ ਤੋਂ ਬਗੈਰ ਗੁਜ਼ਾਰਾ ਹੀ ਨਹੀਂ ਹੈਗਾ ਬੰਦੇ ਦਾ ਜੀ। ਭਾਈ ਗੁਰਮੁਖ ਪਿਆਰਾ ਭਾਈ ਸ਼ਾਮੂ ਬੜੇ ਪ੍ਰੇਮ ਨਾਲ ਨੇ ਬਾਣੀ ਪੜ੍ਹਦੇ ਸੀਗੇ ਜੀ। ਮਹਾਰਾਜ ਕਹਿਣ ਲੱਗੇ, ਭਾਈ ਸ਼ਾਮੂ, ਅਰਥ ਗਿਆਨੀ ਬਣਨ ਵਾਸਤੇ ਪੁੱਛ ਰਹੇ ਆ ਜਾਂ ਸਚਿਆਰ ਬਣਨ ਵਾਸਤੇ ਪੁੱਛ ਰਹੇ ਆ? ਭਾਈ ਸ਼ਾਮੂ ਜੀ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ, ਤੁਹਾਡੀ ਮਿਹਰ ਨਾਲ ਇਸ ਪੰਕਤੀ ਦੇ ਅਰਥ ਮੈਂ ਸਚਿਆਰ ਬਣਨ ਵਾਸਤੇ ਪੁੱਛ ਰਿਹਾ। ਮਹਾਰਾਜ ਕਹਿੰਦੇ, ਫਿਰ ਅੱਗੇ ਹੋ।
ਗੁਰੂ ਹਰ ਰਾਏ ਸਾਹਿਬ ਆਪ ਮਾਲਕ ਸੱਚੇ ਪਾਤਸ਼ਾਹ ਗੁਰੂ ਸਾਹਿਬ ਨੇ ਥੋੜੀ ਕਥਾ ਕਰਨੀ ਹੈ ਜੀ। ਮਹਾਰਾਜ ਕਹਿਣ ਲੱਗੇ ਅੱਗੇ ਹੋ। ਭਾਈ ਸ਼ਾਮੂ ਜੀ ਅੱਗੇ ਹੋਏ। ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਜਾ ਤੈਨੂੰ ਸਚਿਆਰ ਬਣਾਇਆ। ਕਹਿਣ ਲੱਗੇ ਤੂੰ ਸਚਿਆਰ, ਤੇਰਾ ਨਾਮ ਕੱਲਾ ਭਾਈ ਸ਼ਾਮੂ ਨਹੀਂ ਹੋਏਗਾ, ਤੇਰਾ ਨਾਮ ਹੋਏਗਾ ਭਾਈ ਸ਼ਾਮੂ ਸਚਿਆਰ। ਤੂੰ ਸਚਿਆਰ ਹੋਏਗਾ। ਕਹਿਣ ਲੱਗੇ ਬੜੇ ਬੜੇ ਸਿੱਖ ਮਹਾਰਾਜ ਜੀ ਦੇ ਚਰਨਾਂ ਚ ਆਏ ਜੀ। ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ, ਉਹ ਕਹਿੰਦੇ ਆ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬ੍ਰਹਮ ਗਿਆਨੀ ਸਿੱਖ ਜਿਹੜੇ ਆ ਉਹ ਝਾੜੂ ਫੇਰਦੇ ਨੇ। ਕਹਿਣ ਲੱਗੇ ਐਡੇ ਵੱਡੇ ਨੇ ਗੁਰੂ ਹਰ ਰਾਏ ਸਾਹਿਬ। ਬ੍ਰਹਮ ਗਿਆਨੀ ਸਿੱਖ ਸਤਿਗੁਰੂ ਜੀ ਦੇ ਚਰਨਾਂ 'ਚ ਆ ਕੇ, ਸਤਿਗੁਰੂ ਜੀ ਦੇ ਦਰ 'ਤੇ ਆ ਕੇ ਝਾੜੂ ਫੇਰ ਫੇਰ ਕੇ ਰਹਿਮਤਾਂ ਹਾਸਲ ਕਰਦੇ ਨੇ, ਬਖਸ਼ਿਸ਼ਾਂ ਹਾਸਲ ਕਰਦੇ ਨੇ ਜੀ। ਬੜਿਆਂ ਨੂੰ ਤਾਰਿਆ ਮਹਾਰਾਜ ਜੀ ਨੇ ਜੀ। ਗੁਰੂ ਹਰ ਰਾਏ ਸਾਹਿਬ ਜੀ ਦਾ ਜਿਹੜਾ ਇਤਿਹਾਸ ਹੈ ਨਾ, ਉਹ ਕਿਉਂਕਿ ਅਜੇ ਬਹੁਤ ਕੰਮ ਹੋਣ ਵਾਲਾ ਹੈ ਜੀ। ਇਸ ਪਾਸੇ ਬਹੁਤ ਕੰਮ ਹੋਣ ਵਾਲਾ ਹੈ ਜੀ। ਮਹਾਰਾਜ ਜੀ ਦਾ ਜਿਹੜਾ ਇਤਿਹਾਸ ਹੈ ਉਹ ਸਾਨੂੰ ਬਹੁਤਾ ਨਹੀਂ ਮਿਲਦਾ ਜੀ। ਲਿਖਤੀ ਰੂਪ 'ਚ ਥੋੜ੍ਹਾ ਇਤਿਹਾਸ ਹੈ, ਪਰ ਗੁਰੂ ਸਾਹਿਬ ਬਹੁਤ ਵਿਚਰੇ ਹੈ, ਬੜਾ ਭਲਾ ਕੀਤਾ ਹੈ। ਸਾਰੀਆਂ ਗੱਲਾਂ ਨਹੀਂ ਆਉਂਦੀਆਂ ਲਿਖਣ ਰੂਪ 'ਚ। ਬਾਬਾ ਗੁਰਦਿੱਤਾ ਜੀ ਦੀ ਬਹੁਤ ਵੱਡੀ ਬੰਦਗੀ ਜੀ, ਬਹੁਤ ਵੱਡੀ ਬੰਦਗੀ ਜੋ ਗੁਰੂ ਹਰ ਰਾਏ ਸਾਹਿਬ ਜੀ ਨੇ ਉਹਨਾਂ ਦੇ ਗ੍ਰਹਿ ਵਿਖੇ ਆਗਮਨ ਧਾਰਨ ਕੀਤਾ ਜੀ, ਕੀਰਤਪੁਰ ਸਾਹਿਬ ਦੀ ਧਰਤੀ 'ਤੇ। ਉੱਥੇ ਅੱਜ ਸਥਾਨ ਬਣਿਆ ਹੋਇਆ ਹੈ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ। ਸਾਰਾ ਸ਼ੀਸ਼ੇ ਦਾ ਬਣਿਆ ਸਥਾਨ। ਜਦੋਂ ਕਿਤੇ ਜਾਓ ਦਰਸ਼ਨ ਕਰਕੇ ਆਇਓ। ਇਹ ਸਥਾਨ ਐਵੇਂ ਨਹੀਂ ਬਣੇ, ਇਹਨਾਂ ਸਥਾਨਾਂ 'ਤੇ ਬੜੀ ਮਿਹਨਤ ਲੱਗੀ ਹੈ। ਮੈਨੂੰ ਗੁਰਮੁਖ ਪਿਆਰੇ ਦੱਸ ਰਹੇ ਸੀਗੇ ਜਦੋਂ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਬਣਿਆ ਹੈ ਨਾ, ਅਤੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ, ਅੱਗੋਂ ਬਾਬਾ ਭਾਗ ਸਿੰਘ, ਬਾਬਾ ਲਾਭ ਸਿੰਘ, ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ, ਉਹ ਮਹਾਂਪੁਰਖ ਸਾਧ ਸੰਗਤ ਜੀ, ਉਹਨਾਂ ਨੂੰ ਪਤਾ ਸੀ ਵੀ ਇਸ ਜਗ੍ਹਾ ਗੁਰੂ ਹਰ ਰਾਏ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਹੋਇਆ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਉਹ ਅਸਥਾਨ ਰਹੇ ਆ ਸੋਢੀਆਂ ਦੇ ਕੋਲ। ਸਮੇਂ ਨਾਲ ਹੋਰ ਅੱਗੇ ਅੱਗੇ ਲੋਕਾਂ ਕੋਲ ਗਏ ਜੀ। ਉੱਥੇ ਮੰਦਿਰ ਬਣਿਆ ਹੋਇਆ ਸੀ ਬੜਾ ਵੱਡਾ ਜੀ ਪਹਿਲਾਂ, ਜਿੱਥੇ ਅੱਜ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਹੈ ਨਾ, ਉੱਥੇ ਮੰਦਿਰ ਬਣਿਆ ਹੋਇਆ ਸੀਗਾ। ਸਾਡੇ ਬੰਦਿਆਂ ਦਾ ਹਿਸਾਬ ਇਹ ਹੈ ਵੀ ਜਿਹਦੀ ਮਰਜ਼ੀ ਨਿੰਦਾ ਕਰੀ ਜਾਓ, ਸਾਨੂੰ ਕਿਹੜਾ ਕਿਸੇ ਨੇ ਪੁੱਛਣਾ ਹੈ ਜੀ। ਭਾਵੇਂ ਕੋਈ ਕਾਰ ਸੇਵਾ ਵਾਲਾ ਆ ਜਾਏ ਜਾਂ ਕੁਝ ਵੀ ਆ ਜਾਏ, ਮੈਂ ਕਿਸੇ ਦਾ ਹਮਾਇਤੀ ਨਹੀਂ, ਪਰ ਸੇਵਾ ਦੀ ਤਾਰੀਫ ਹੋਣੀ ਚਾਹੀਦੀ ਹੈ ਜੀ। ਉਸ ਸਮੇਂ ਦੇ ਗੁਰਮੁਖ ਪਿਆਰੇ ਜਿਹੜੇ ਸੇਵਾ ਦੇ ਮੋਢੀ ਸਨ ਨਾ, ਉਹਨਾਂ ਨੇ ਉਹਨਾਂ ਮੰਦਿਰ ਵਾਲਿਆਂ ਨਾਲ ਗੱਲ ਕੀਤੀ, ਇਹ ਅਸਥਾਨ ਸਾਡੇ ਗੁਰੂ ਜੀ ਦਾ ਆਗਮਨ ਅਸਥਾਨ ਹੈਗਾ, ਪ੍ਰਗਟ ਅਸਥਾਨ ਹੈਗਾ, ਇਹ ਅਸਥਾਨ ਤੁਸੀਂ ਸਾਨੂੰ ਦੇ ਦਿਓ। ਉਹ ਮੰਨਣ ਨਾ ਜੀ। ਉਹ ਕਹਿਣ ਲੱਗੇ ਤੁਹਾਨੂੰ ਮੰਦਿਰ ਇਹਦੇ ਤੋਂ ਵੀ ਵੱਡਾ ਬਣਾ ਕੇ ਦਿੰਦੇ ਆ। ਮੰਦਿਰ ਦਾ ਗੁਜ਼ਾਰਾ ਚੱਲਣ ਵਾਸਤੇ, ਮੰਦਿਰ ਦੇ ਪ੍ਰਬੰਧ ਵਾਸਤੇ ਦੁਕਾਨਾਂ ਬਣਾ ਦਿੰਦੇ ਆ, ਰੋਜੀ ਚੱਲਦੀ ਰਹੇਗੀ। ਉਹ ਮੰਨਣ ਨਾ ਜੀ। ਦੋ ਬੰਦੇ ਅੜ ਗਏ ਜੀ, ਇੱਕ ਵੱਡਾ ਪੁਜਾਰੀ ਤੇ ਇੱਕ ਬਹੁਤ ਵੱਡਾ ਸ਼ਾਹੂਕਾਰ ਸੀਗਾ ਕੀਰਤਪੁਰ ਸਾਹਿਬ ਦਾ ਜੀ। ਉਹ ਅੜ ਗਏ। ਉਹ ਕਹਿੰਦੇ ਨਹੀਂ, ਅਸੀਂ ਨਹੀਂ ਇਹ ਥਾਂ ਦੇਣੀ ਤੁਹਾਨੂੰ। ਜਦੋਂ ਉਹ ਅੜ ਗਏ ਨਾ ਚੰਗੀ ਤਰ੍ਹਾਂ, ਤੇ ਉਹਨਾਂ ਮਹਾਂਪੁਰਖਾਂ ਨੇ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਜੀ। ਫਿਰ ਜੀ ਮਹਾਰਾਜ ਤੁਹਾਡਾ ਸਥਾਨ ਹੈ, ਤੁਹਾਡਾ ਗੁਰਦੁਆਰਾ ਬਣਾਉਣਾ ਹੈ, ਮਿਹਰ ਕਰੋ ਤੇ ਮੰਨ ਜਾਣਾ। ਅਰਦਾਸ ਕਰਕੇ ਨਹੀਂ ਉਹਨਾਂ ਦੇ ਕੋਲ ਗਏ ਜੀ। ਫਿਰ ਉਹ ਦੋਵੇਂ ਆਪੇ ਹੀ ਆਏ ਜੀ। ਕਹਿੰਦੇ ਸਾਨੂੰ ਮੰਦਿਰ ਬਣਾ ਦਿਓ ਵੱਖਰਾ, ਆਮਦਨ ਦਾ ਸਾਧਨ ਬਣਾ ਦਿਓ ਤੇ ਜਗ੍ਹਾ ਤੁਸੀਂ ਲੈ ਲਓ। ਫਿਰ ਉਹ ਮੰਦਿਰ ਵੱਖਰਾ ਹੁਣ ਵੀ ਬਣਿਆ ਜੀ, ਮਹਾਂਪੁਰਖਾਂ ਬਣਾ ਕੇ ਦਿੱਤਾ ਜੀ ਉਹਨਾਂ ਨੂੰ। ਕੀਰਤਪੁਰ ਸਾਹਿਬ 'ਚ ਮੰਦਿਰ ਬਣਾ ਕੇ ਦਿੱਤਾ ਜੀ ਉਹਨਾਂ ਨੂੰ। ਲਾਗੇ ਮਾਰਕੀਟ ਬਣਾ ਕੇ ਦਿੱਤੀ, ਸੜਕ ਬਣਾਈ, ਗਲੀਆਂ ਕੱਟੀਆਂ, ਸੜਕ ਬਣਾਈ ਗੁਰਦੁਆਰਾ ਸਾਹਿਬ ਜਾਣ ਤੱਕ। ਹੁਣ ਮੰਦਿਰ ਤੇ ਬਣ ਗਿਆ। ਕ੍ਰਿਸ਼ਨ ਜੀ ਦਾ ਮੰਦਿਰ ਸੀਗਾ ਜੀ ਉੱਥੇ, ਤੇ ਜਿੱਦਣ ਮੂਰਤੀ ਚੁੱਕਣੀ ਸੀ ਉਹਨਾਂ ਐਵੇਂ ਥੋੜ੍ਹੀ ਚੁੱਕਣ ਦੇਣੀ ਸੀਗੀ ਜੀ ਉੱਥੋਂ। ਤੇ ਫਿਰ ਪਤਾ ਕੀ ਕੀਤਾ ਮਹਾਂਪੁਰਖਾਂ ਨੇ,
ਉਸ ਅਸਥਾਨ ਦੇ ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ ਦੇ ਲਾਗੇ ਲਾਗੇ ਜਿੰਨੇ ਹਿੰਦੂ ਵੀਰ ਸਨ ਨਾ ਜੀ, ਸਾਰੇ ਸੱਦੇ ਤੇ ਸਾਰਿਆਂ ਨੂੰ ਸੱਦ ਕੇ, ਜਿਵੇਂ ਨਗਰ ਕੀਰਤਨ ਹੁੰਦਾ ਹੈ ਨਾ, ਨਗਰ ਕੀਰਤਨ ਦੇ ਵਿੱਚ ਮੂਰਤੀ ਨੂੰ ਮੰਦਿਰ ਵਿੱਚ ਛੱਡ ਕੇ ਆਏ ਜੀ। ਫਿਰ ਜੀ ਤੇ ਫਿਰ ਜਾ ਕੇ ਉੱਥੇ ਅਸਥਾਨ ਬਣਿਆ, ਸਾਰਾ ਸ਼ੀਸ਼ੇ ਦਾ ਹੀ ਅਸਥਾਨ ਬਣਾਇਆ। ਤੇ ਭਾਵ ਸ਼ੀਸ਼ਾ ਬੜੀ ਦੂਰੋਂ ਲਿਆ ਕੇ, ਬਾਹਰਲੇ ਦੇਸ਼ਾਂ ਚੋਂ ਉੱਥੇ ਸ਼ੀਸ਼ਾ ਲਿਆ ਕੇ ਲਾਇਆ ਵੀ ਬਹੁਤ ਵਧੀਆ ਅਸਥਾਨ ਗੁਰੂ ਸਾਹਿਬ ਦਾ ਹੋਣਾ ਚਾਹੀਦਾ ਜੀ। ਉੱਥੇ ਅਸਥਾਨ ਬਣਿਆ ਗੁਰੂ ਹਰਿਰਾਏ ਸਾਹਿਬ ਜੀ ਦੇ ਆਗਮਨ ਵਾਲਾ ਅਸਥਾਨ ਜੀ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ। ਜਦੋਂ ਕਿਤੇ ਜਾਓ, ਰੱਬ ਸਮਾਂ ਖੁੱਲ੍ਹਾ ਦੇਵੇ, ਉਹਨਾਂ ਅਸਥਾਨਾਂ ਦੇ ਜ਼ਰੂਰ ਜਾ ਕੇ ਦਰਸ਼ਨ ਕਰਿਆ ਕਰੋ। ਉਹ ਅਸਥਾਨ ਬੜੀਆਂ ਮਿਹਨਤਾਂ ਨਾਲ ਬਣੇ ਹੋਏ ਨੇ ਜੀ, ਬੜੀ ਮਿਹਨਤ ਨਾਲ ਬਣੇ ਹੋਏ ਅਸਥਾਨ ਨੇ ਜੀ। ਮਹਾਰਾਜ ਜੀ ਦਾ ਆਗਮਨ ਹੋਇਆ ਜੀ। ਗੁਰੂ ਹਰਿਰਾਏ ਸਾਹਿਬ ਜੀ ਤੇ ਬਹੁਤ ਵੱਡਾ ਅਸਰ ਪਿਆ ਜੀ ਇੱਕ ਗੱਲ ਦਾ। ਛੋਟੀ ਜੀ ਉਮਰ ਵਿੱਚ, 4 ਸਾਲ ਦੀ ਉਮਰ ਸੀ ਮਹਾਰਾਜ ਜੀ ਦੀ, ਜਦੋਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਪਿਤਾ ਜੀ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਗਏ ਜੀ। ਬਾਬਾ ਗੁਰਦਿੱਤਾ ਜੀ ਬਹੁਤ ਵੱਡੀ ਹਸਤੀ ਨੇ ਜੀ, ਬਹੁਤ ਵੱਡੀ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁੰਦਿਆਂ, ਮਹਾਰਾਜ ਜੀ ਦੀ ਹਾਜ਼ਰੀ ਵਿੱਚ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁੰਦਿਆਂ ਬਾਬਾ ਸ੍ਰੀ ਚੰਦਰ ਜੀ ਨੇ ਆਖਿਆ ਸੀ, ਮੇਰੀ ਜਿੰਨੀ ਭਗਤੀ ਹੈ, ਜਿੰਨੀ ਵਡਿਆਈ ਹੈ, ਸਾਰੀ ਮੈਂ ਬਾਬੇ ਗੁਰਦਿੱਤੇ ਨੂੰ ਦਿੱਤੀ। ਕਹਿਣ ਲੱਗੇ, ਸਾਰੀ ਵਡਿਆਈ ਮੇਰੇ ਕੋਲ, ਮੇਰੀ ਜਿੰਨੀ ਭਗਤੀ ਸਾਰੀ ਬਾਬਾ ਗੁਰਦਿੱਤਾ ਜੀ ਨੂੰ ਲੱਗੇਗੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਕਿਹਾ ਜਾਂਦਾ ਸੀਗਾ ਜੀ। ਹੁਣ ਮਹਾਰਾਜ ਤੇ ਦੂਰ ਦੂਰ ਵਿਚਰਦੇ ਸਨ ਤੇ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਦੇ ਇਲਾਕੇ ਵਿੱਚ ਵਿਚਰ ਰਹੇ ਸਨ। ਤੇ ਸਾਧ ਸੰਗਤ ਜੀ ਉਸ ਸਮੇਂ ਸ਼ਿਕਾਰ ਕਰਦਿਆਂ ਕਹਿੰਦੇ ਆ, ਇੱਕ ਗਾਂ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਮਰ ਗਈ ਜੀ। ਤੇ ਉਹ ਲਾਗੇ ਪਹਾੜੀਏ ਅੱਗੇ ਪੂਰੀ ਈਰਖਾ ਕਰਦੇ ਸੀਗੇ ਜੀ, ਗੁਰੂ ਘਰ ਦੇ ਪ੍ਰਚਾਰ ਤੋਂ। ਸ਼ਰਧਾ ਨਹੀਂ ਸੀ, ਪ੍ਰੇਮ ਨਹੀਂ ਸੀ। ਬੜੇ ਬੜੇ ਪਿਆਰ ਵਾਲੇ ਵੀ ਪਹਾੜਾਂ ਵਿੱਚ ਲੋਕ ਹੋਏ ਨੇ ਜੀ। ਉਹ ਕਹਿਣ ਲੱਗੇ ਵੀ ਇਹ ਗਾਂ ਕਿਉਂ ਮਾਰੀ ਤੁਸੀਂ? ਬਾਬਾ ਜੀ ਕਹਿੰਦੇ ਸੁੱਤੇ ਸਿੱਧੀ ਜੋ ਹੋਣਾ ਸੀ ਹੋ ਗਿਆ। ਬਾਬਾ ਜੀ ਕਹਿਣ ਲੱਗੇ ਇਹਦੀ ਥਾਂ ਤੇ ਮਾਇਆ ਲਓ। ਕਹਿੰਦੇ ਨਹੀਂ, ਇਹ ਸਾਡੀ ਮਾਂ ਹੈ। ਕਹਿਣ ਲੱਗੇ ਤੇ ਗਾਂ ਮਾਰਨਾ ਪਾਪ ਹੈਗਾ। ਕਹਿਣ ਲੱਗੇ ਸਾਨੂੰ ਇਹੋ ਹੀ ਗਾਂ ਚਾਹੀਦੀ ਤੇ ਜਿੰਦੀ ਚਾਹੀਦੀ ਹੈ, ਇਹੋ ਗਾਂ ਜਿੰਦੀ ਚਾਹੀਦੀ ਹੈ। ਹੁਣ ਬਾਬਾ ਜੀ ਸਾਧ ਸੰਗਤ ਜੀ, ਬਾਬਾ ਗੁਰਦਿੱਤਾ ਜੀ ਬਥੇਰਾ ਸਮਝਾਇਆ, ਉਹ ਮੰਨਣ ਨਾ ਜੀ। ਵੇਖੋ ਗੁਰਮਤ ਵਿੱਚ ਸਾਡਾ ਕੋਈ ਸੰਬੰਧ ਨਹੀਂ, ਕੋਈ ਰਿਸ਼ਤਾ ਨਹੀਂ ਗਾਂ ਨਾਲ, ਮਾਸੀ ਚਾਚੀ ਤਾਈ ਕੁਝ ਨਹੀਂ ਹੈਗੀ ਜੀ। ਉਹ ਜੀ ਸਿਰਫ ਦੁੱਧ ਦਾ ਸੰਬੰਧ ਹੈਗਾ ਜੀ। ਧੇਨ ਦੁੱਧੇ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਪਰ ਜੇ ਕੋਈ ਧਰਮ ਮੰਨਦਾ, ਉਹਦਾ ਤਿਰਸਕਾਰ ਕਰਨਾ ਵੀ ਸਾਡਾ ਹੱਕ ਨਹੀਂ ਹੈਗਾ ਜੀ। ਜੇ ਕੋਈ ਮੰਨਦਾ ਤਾਂ ਤਿਰਸਕਾਰ ਕਰਨਾ ਵੀ ਸਾਡਾ ਹੱਕ ਨਹੀਂ ਹੈਗਾ ਜੀ। ਪਰ ਸਾਡਾ ਕੋਈ ਮਾਸੀ ਚਾਚੀ ਤਾਈ ਵਾਲਾ ਸੰਬੰਧ ਨਹੀਂ ਹੈਗਾ ਜੀ ਉਹਦੇ ਨਾਲ ਜੀ। ਉਹਨਾਂ ਜਦੋਂ ਬਾਬਾ ਜੀ ਨੂੰ ਬਾਰ-ਬਾਰ ਆਖਿਆ ਨਾ ਜੀ, ਵਿਰੁੱਧ ਪ੍ਰਚਾਰ ਸ਼ੁਰੂ ਕਰ ਦਿੱਤਾ। ਉੱਥੇ ਖਲੋਤਿਆਂ ਹੀ ਤੇ ਬਾਬਾ ਜੀ ਨੇ ਫਿਰ ਗਾਂ ਨੂੰ ਜਿੰਦਿਆਂ ਕੀਤਾ ਜੀ। ਸਿੱਖ ਬੜੇ ਖੁਸ਼ ਹੋਏ ਵੀ ਬਾਬਾ ਗੁਰਦਿੱਤਾ ਜੀ ਨੇ ਗਾਂ ਜਿੰਦੀ ਕਰ ਦਿੱਤੀ ਜੀ। ਜਦੋਂ ਸਿੱਖ ਬਹੁਤ ਖੁਸ਼ ਹੋਏ, ਆ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਖੁਸ਼ੀ ਨਾਲ ਦੱਸਿਆ, ਮਹਾਰਾਜ ਬਾਬਾ ਜੀ ਨੇ ਮਰੀ ਹੋਈ ਗਾਂ ਜਿੰਦੀ ਕਰ ਦਿੱਤੀ ਅੱਜ। ਜਦੋਂ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਕੋਲ ਪਹੁੰਚੇ, ਮਹਾਰਾਜ ਕਹਿਣ ਲੱਗੇ, ਗੁਰਦਿੱਤਾ ਜੀ ਤੁਹਾਡੇ ਛੋਟੇ ਭਰਾ ਬਾਬਾ ਅਟਲ ਰਾਏ ਜੀ ਨੇ ਮੋਹਣ ਨੂੰ ਜਿੰਦਿਆਂ ਕੀਤਾ ਸੀ ਤੇ ਸਰੀਰ ਤਿਆਗਣਾ ਪਿਆ ਸੀਗਾ, ਤੇ ਉਹ ਹੁਣ ਤੁਸੀਂ ਕਰੋ। ਕਹਿਣ ਲੱਗੇ ਗੁਰੂ ਗੁਰੂ ਹੀ ਹੈ ਨਾ, ਗੁਰੂ ਦੀ ਰੀਸ ਨਹੀਂ ਹੋ ਸਕਦੀ। ਕੋਈ ਕਹਿ ਸਕਦਾ ਆਪਣੇ ਪੁੱਤਰ ਨੂੰ ਵੀ ਜਾ ਕੇ ਸਰੀਰ ਤਿਆਗ ਦੇ? ਕੋਈ ਨਹੀਂ ਕਹਿ ਸਕਦਾ, ਸਵਾਏ ਸਤਿਗੁਰੂ ਜੀ ਤੋਂ ਜੀ। ਉਹ ਕਿੱਕਰ ਦੀ ਇੱਕ ਸੋਟੀ ਸੀਗੀ, ਵਾਹਿਗੁਰੂ ਨਿੰਮ ਦੀ ਜੀ।
बाबा जी ने हत्थ च फाड़ी उपर एक पासे जिथे बाबा बुढ़न शाह जी की जगह है उत्थे एक पासे जाके वो नप दिती ते कमाई वाले सन लम्मे पै गए चादरा लैके जी। उस समय गुरु हरराय साहब जी की 4 साल की उम्र सीगी साध संगत जी शरीर की। अपने पिता जी के शरीर त्यागण का बड़ा वड्डा असर होया गुरु हरराय साहब जी ते। 4 साल तो बाद फिर गुरु हरराय साहब जी पक्के ही गुरु हरगोबिंद साहब जी के कोल ही रहे जी, महाराज जी के चरणों च ही रहे जी। 2 घटनावां ने जी। मैं तां 2 दिनों का जिक्र किया भी अद्धी कथा ਆਪਾਂ ਅੱਜ कर लेने अद्धी कल कर लेने, कथा तो वैसे पूरी हो ही नहीं सकती। वेख्या भी साडे पिता जी शरीर त्याग के छोटी जी उम्र असर पै गया जी मन ते। रुचि अध्यात्म वाले पासे होर वध गई जी, होर अध्यात्म की रुचि हो गई। तो गुरों तो धुरों ही आए सीगे गुरु जी। दूजी घटना भाई वीर सिंह जी ने भी लिखी, कवि संतोख सिंह जी ने भी लिखी, वो ध्यान ना सुनियो जी। हुण दादा जी दे नाल रहिंदे आ पर संस्कार बड़े वड्डे ने जी। दादे नूं दादा नहीं कदी मन्निया, दादे नूं गुरु ही मन्निया है जी। होर भी सन पोतरे पर वो दादे नूं दादा मनदे सन। गुरु हरराय साहब ने दादा जी नूं दादा नहीं सी मन्निया, गुरु नानक साहब सतगुरु मन्निया सी। क्यों? पिछों ही ये सारा सिस्टम सीगा जी, पिछों ही जी। भाई वीर सिंह जी लिखते हैं महाराज दीवान अस्थान नूं जाणदे आ ते बाग विचों लंघ रहे सन। बाबा गुरदित्ता जी ने बाग लाया सीगा जी। तरह तरह के फुल लाए सन। एक फुल कहंदे बहुता ही खिड़िया होया सीगा जी। जदों महाराज जा रहे सन ना दीवान नूं ते वो फुल वेख के गए महाराज भी वेखो किन्ना खिड़िया होया, किड्डा सोहना रंग है इहदा जी। महाराज वेख के गए जी उन्होंने, अगे लंघ गए। गुरु हरराय साहब पिछे पिछे आ रहे। वेखो मैं गुरु शब्द तां उन्हां लई वरत रहा क्यों है तो गुरु ही ने, भावें छोटी उम्र च ने। कई कहंदे आ पहलियां दियां साखियां नाल गुरु शब्द नहीं लाउणा चाहिए। गुरु हरराय साहब लंघ रहे सन तेजी तेजी नाल भी मैं पिछे रह गया। हवा तेज वजी, मर्यादा वाले शुरू तो सन। 101 कलियां वाला चोला पाउंदे सी, चोला फुल नूं जा लगा जी। आउण लगे तो फुल टुट गया तो धरती ते डिग गया जी। भाई वीर सिंह लिखते भी गुरु हरराय साहब ने ध्यान नहीं दिता जी, चले गए अगे जी। वापस आए ना जदों गुरु हरगोबिंद साहब दीवान तो गुरु हरराय साहब नाल सन जी। उदों जदों वापस आ रहे हैं तो डिग्गिया होया फुल वेख्या जी। ते पुछया भी पहलां ते फुल लगा होया सी, किन्ने तोड़िया? ते गुरु हरराय साहब तो ध्यान ही नहीं सी दिता। ते फिर किन्ने दसिया? सेवादार ने दसिया भी महाराज ये हरराय जी लंघ रहे सन, तेजी नाल पिछे रह गए सन, लंघ रहे सन, चोले ना लग गया तो टुट गया। भाई वीर सिंह लिखते गुरु हरगोबिंद साहब खलो के गुरु हरराय साहब वाल वेखण लग पे जी। उम्र उन्होंने 6, 7, 8 ये लागे चागे सीगी जी। इक्को ही गल कही है, जदों कोमल चीज़ां दे लागों लंघो सावधान हो के लंघिया करो, ध्यान नाल लंघिया करो। ते दूजे एक होर गल प्रचलित है, वो ये है कि जदों जामा वड्डा पालो ना फिर तोड़ी दा नहीं, फिर जोड़ी दा है। सारी उम्र गुरु हरराय साहब ने यह बचन कमाया जी। बचन कमाना सीखना होवे ना किसी कोलों, गुरु हरराय साहब कोलों सीखो। क्यों? सारी उम्र गुरु हरराय साहब जी चोला फड़ के तुरदे रहे जी। चोला फड़ के तुरना, जदों तुरना चोला फड़ के तुरना जी।
ਇਹਨਾਂ ਦੋ ਗੱਲਾਂ ਨੇ ਬੜਾ ਅਸਰ ਪਾਇਆ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਤੇ। ਵੇਖੋ ਹੈ ਉਹ ਧੁਰੋਂ ਹੀ ਨੇ। ਕੁਝ ਹੁੰਦਾ ਵੀ ਕੋਈ ਖੇਡ ਬਣਨੀ ਹੁੰਦੀ ਹੈ, ਕੋਈ ਬਿੱਧ ਬਣਨੀ ਹੁੰਦੀ ਹੈ, ਕਿਸੇ ਨੂੰ ਕੋਈ ਦਾਤ ਮਿਲਣੀ ਹੈ, ਉਹਦੀ ਵੀ ਬਿੱਧ ਬਣਨੀ ਹੁੰਦੀ ਹੈ ਜੀ। ਤੇ ਤੁਸੀਂ ਅੰਦਾਜ਼ਾ ਲਾਓ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਤਾ ਹੈ ਸਾਡੇ ਪੋਤਰੇ ਨੇ ਇੰਨੀ ਜ਼ਿਆਦਾ ਅਵਸਥਾ ਵਿੱਚ ਅੱਗੇ ਲੰਘ ਗਏ ਹੈ। ਮਹਾਰਾਜ ਦੇ ਪੁੱਤਰ ਸਨ 3 ਉੱਥੇ ਜੀ, ਜਦੋਂ ਗੁਰਤਾ ਗੱਦੀ ਦਿੱਤੀ ਨਾ ਗੁਰੂ ਹਰਿਰਾਏ ਸਾਹਿਬ ਨੂੰ, ਗੁਰੂ ਹਰਗੋਬਿੰਦ ਸਾਹਿਬ ਦੇ 3 ਪੁੱਤਰ ਮੌਜੂਦ ਸਨ ਉੱਥੇ ਜੀ। ਬਾਬਾ ਆਣੀ ਰਾਏ ਜੀ, ਬਾਬਾ ਸੂਰਜਮਲ ਜੀ ਤੇ ਤੇਗ ਬਹਾਦਰ ਸਾਹਿਬ, ਜਿਹੜੇ ਬਾਅਦ ਚੋਂ ਸ੍ਰੀ ਗੁਰੂ ਬਣੇ ਜੀ, ਉਹ ਮੌਜੂਦ ਸਨ। ਪਰ ਸਾਰਿਆਂ ਦੇ ਵਿੱਚ ਆਪਣੇ ਪੋਤਰੇ ਨੂੰ ਗੱਦੀ ਤੇ ਬਿਠਾ ਕੇ ਗੁਰਤਾ ਗੱਦੀ ਤੇ ਬਿਠਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੀ। ਆਪ ਮਹਾਰਾਜ ਕੋਠੇ ਅੰਦਰ ਚਲੇ ਗਏ ਸਨ, ਕਹਿਣ ਲੱਗੇ 5 ਦਿਨਾਂ ਬਾਅਦ ਆਇਓ। ਸਰੀਰ ਤਿਆਗ ਦਿੱਤਾ, ਗੁਰੂ ਹਰਿਰਾਏ ਸਾਹਿਬ ਗੁਰੂ ਬਣੇ ਜੀ। ਨਾਮ ਬੜਾ ਵਧੀਆ ਹੈ ਜੀ, ਹਰ ਰਾਏ। ਰਾਏ ਕਿਹਨੂੰ ਕਹਿੰਦੇ ਆ? ਰਾਏ ਕਹਿੰਦੇ ਰਾਜੇ ਨੂੰ। ਜਿਹੜਾ ਰਾਜਾ ਹੋਵੇ ਉਹਨੂੰ ਰਾਏ ਸ਼ਬਦ ਕਿਹਾ ਜਾਂਦਾ। ਜਿਵੇਂ ਆਪਾਂ ਸੁਣਦੇ ਹਾਂ ਨਾ, ਰਾਏ ਭੋਏ ਦੀ ਤਲਵੰਡੀ। ਰਾਏ ਦਾ ਅਰਥ ਰਾਜਾ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਰਾਏ ਤੇ ਅੱਗੇ ਆ ਗਿਆ ਹਰ। ਹਰ ਕੌਣ ਹੈ? ਪਰਮੇਸ਼ਰ। ਪਰਮੇਸ਼ਰ ਰਾਜਾ ਹੈ। ਰਾਜਾ ਪਰਮੇਸ਼ਰ ਹੀ ਅਸਲ ਰਾਜਾ ਹੈ। ਇਹ ਮਹਾਰਾਜ ਜੀ ਦੇ ਨਾਮ ਦਾ ਅਰਥ ਬਣਦਾ ਹੈ। ਸਾਧ ਸੰਗਤ ਜੀ, ਗੁਰੂ ਹਰਿਰਾਏ ਸਾਹਿਬ 6ਵੇਂ ਪਾਤਸ਼ਾਹ ਨੇ ਨਾਮ ਰੱਖਿਆ ਸੀਗਾ ਔਰ ਆਖਿਆ ਸੀ ਜਦੋਂ ਗੁਰਤਾ ਗੱਦੀ ਤੇ ਬਿਠਾਇਆ ਨਾ, ਕਹਿਣ ਲੱਗੇ ਤੁਸੀਂ ਫੌਜਾਂ ਵੀ ਰੱਖਣੀਆਂ, ਸ਼ਿਕਾਰ ਤੇ ਵੀ ਰੋਜ਼ ਜਾਇਆ ਕਰਨਾ, ਪਰ ਨਾਲ ਬਚਨ ਕੀਤਾ ਸੀ ਜੰਗ ਨਹੀਂ ਕਰਨਾ। ਕਮਾਲ ਦੀ ਗੱਲ ਹੈ। ਜਿਹਦੇ ਕੋਲ ਫੌਜਾਂ ਹੋਣਗੀਆਂ, ਜਿਹੜਾ ਰੋਜ਼ ਸ਼ਿਕਾਰ ਤੇ ਜਾਊ, ਉਹਦੇ ਨਾਲ ਤੇ ਜੰਗ ਤਾਂ ਕਿਸੇ ਨਾ ਕਿਸੇ ਦਾ ਹੋਣਾ ਹੀ ਹੈ ਜੀ। ਤੇ ਗੁਰੂ ਹਰਿਰਾਏ ਸਾਹਿਬ ਜੀ ਦੀ ਉਮਰ ਉਦੋਂ ਛੋਟੀ ਸੀਗੀ। ਗੁਰਤਾ ਗੱਦੀ ਤੇ ਜਦੋਂ ਬੈਠੇ ਨਾ ਜੀ, 17-18 ਦੇ ਕਰੀਬ। ਤੇ ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ, ਮਹਾਰਾਜ ਜੇ ਫਿਰ ਜੰਗ ਨਹੀਂ ਕਰਨਾ, ਜੇ ਕੋਈ ਆ ਜੇ ਚੜ੍ਹ ਕੇ। ਤੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ, ਜੇ ਕੋਈ ਚੜ੍ਹ ਕੇ ਆ ਜੇ ਨਾ ਤੇ ਚਿੰਤਾ ਨਹੀਂ ਕਰਨੀ। ਕਿਉਂ? ਜਿਹੜਾ ਚੜ੍ਹ ਕੇ ਆਏਗਾ ਉਹ ਇੰਝ ਆਏਗਾ ਤੇ ਚੜ੍ਹ ਕੇ ਹੀ, ਪਰ ਜਿਵੇਂ ਗੜਾ ਉੱਤੋਂ ਵੱਡਾ ਆਉਂਦਾ, ਥੱਲੇ ਆਉਂਦਾ ਆਉਂਦਾ ਖਤਮ ਹੋ ਜਾਂਦਾ, ਖੁਰ ਜਾਂਦਾ। ਜਿਹੜਾ ਤੁਹਾਡੇ ਤੇ ਚੜ੍ਹ ਕੇ ਆਏਗਾ ਉਹ ਰਸਤੇ 'ਚ ਹੀ ਖੁਰ ਜਾਏਗਾ। ਕਹਿਣਾ ਗੁਰੂ ਹਰਿਰਾਏ ਸਾਹਿਬ ਜੀ ਨੇ ਬਚਨ ਕਮਾਏ ਜੀ। ਮੈਂ ਅੱਗੇ ਬੇਨਤੀ ਕੀਤੀ ਹੈ, ਸਤਿਗੁਰੂ ਜੀ ਦਾ ਜੇ ਬਚਨ ਕਮਾਉਣਾ ਸਿੱਖਣਾ ਹੋਵੇ, ਗੁਰੂ ਹਰਿਰਾਏ ਸਾਹਿਬ ਜੀ ਕੋ ਸਿੱਖਣਾ ਚਾਹੀਦਾ ਹੈ ਜੀ। ਕਿਉਂ? ਫੌਜ ਵੀ ਰੱਖੇ ਜੀ, 2200 ਘੋੜਸਵਾਰ ਗੁਰੂ ਹਰਿਰਾਏ ਸਾਹਿਬ ਜੀ ਨੇ ਰੱਖੇ ਸਨ ਕੋਲ ਜੀ। 2200 ਘੋੜਸਵਾਰ ਜੀ, ਜਿੱਥੇ ਜਾਂਦੇ ਸਨ ਮਹਾਰਾਜ 2200 ਘੋੜਾ ਨਾਲ ਹੀ ਜਾਂਦਾ ਸੀਗਾ ਜੀ। ਅੱਜ ਵੀ ਬੜੇ ਬੜੇ ਵੱਡੇ ਦਲ ਨੇ, ਪਰ 2200 ਘੋੜਾ ਹੁਣ ਕੋਈ ਵਿਰਲਾ ਹੀ ਦਲ ਹੋਏਗਾ ਜਿਹਦੇ ਕੋਲ 2200 ਘੋੜੇ ਹੋਣਗੇ ਜੀ। 2200 ਘੋੜਸਵਾਰ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ, ਸ਼ਸਤਰਧਾਰੀ ਰਹਿੰਦੇ ਸਨ, ਔਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਆਪ ਵੀ ਸ਼ਸਤਰ ਧਾਰਨ ਕਰਦੇ ਸਨ ਜੀ। ਵੱਡੀ ਸ੍ਰੀ ਸਾਹਿਬ ਪਾ ਕੇ ਰੱਖਦੇ ਸਨ, ਕਲਗੀ ਲਾ ਕੇ ਰੱਖਦੇ ਸਨ। ਸੋਹਣਾ ਮਹਾਰਾਜ ਦਾ ਉੱਚਾ ਲੰਮਾ ਕੱਦ ਸੀਗਾ। 101 ਕਲੀਆਂ ਵਾਲਾ ਚੋਲਾ ਪਾਉਂਦੇ ਹੁੰਦੇ ਸਨ ਗੁਰੂ ਹਰਿਰਾਏ ਸਾਹਿਬ ਮਹਾਰਾਜ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਨਾ ਆਪਣੀ ਫੌਜ ਵਿੱਚ 2200 ਘੋੜਸਵਾਰ ਦੀ ਇੱਕ ਵੱਖਰੀ ਪਲਟਨ ਰੱਖੀ ਹੋਈ ਸੀਗੀ। ਉਹਦਾ ਨਾਮ ਰੱਖਿਆ ਸੀ ਗੁਰੂ ਹਰਿਰਾਏ ਜੀ ਦਾ ਡੇਰਾ। ਇੱਕ ਵੱਖਰਾ ਸਮੂਹ ਸੀਗਾ ਫੌਜੀਆਂ ਦਾ। ਉਸ ਫੌਜ ਦੀ ਪਲਟਨ ਦਾ ਨਾਮ ਹੀ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਮ ਤੇ ਸੀ, ਗੁਰੂ ਹਰਿਰਾਏ ਜੀ ਦਾ ਡੇਰਾ। ਔਰ ਜਦੋਂ ਕਿਤੇ ਜੰਗ ਸਰ ਨਹੀਂ ਸੀ ਹੁੰਦੀ, ਜਿੱਤੀ ਨਹੀਂ ਸੀ ਜਾਂਦੀ, ਉਹ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਗੁਰੂ ਹਰਿਰਾਏ ਜੀ ਦੇ ਡੇਰੇ ਨੂੰ ਭੇਜਦਾ ਹੁੰਦਾ ਸੀਗਾ ਜੀ।
ਤੇ ਫਿਰ ਜੰਗ ਜਿੱਤ ਜਾਂਦਾ ਹੁੰਦਾ ਸੀਗਾ ਜੀ। ਜੰਗ ਵੀ ਨਹੀਂ ਕੀਤੀ ਮਹਾਰਾਜ ਨੇ। ਜਿਹੜਾ ਫੌਜ ਇੱਕ ਵਾਰੀ ਚੜ੍ਹ ਕੇ ਵੀ ਆਈ ਸੀਗੀ ਮਹਾਰਾਜ ਉੱਤੇ, ਪਰ ਉਹ ਰਸਤੇ 'ਚ ਹੀ ਖਤਮ ਹੋ ਗਈ ਸੀਗੀ ਜੀ। ਰਸਤੇ 'ਚ ਹੀ ਖਤਮ ਹੋ ਗਈ ਸੀ। ਮਹਾਰਾਜ ਨੇ ਬੜੀਆਂ ਹੀ ਬਖਸ਼ਿਸ਼ਾਂ ਕੀਤੀਆਂ, ਬੜੀ ਕਿਰਪਾ ਕੀਤੀ, ਬੜੀਆਂ ਰਹਿਮਤਾਂ ਕੀਤੀਆਂ ਗੁਰੂ ਹਰਿਰਾਏ ਸਾਹਿਬ ਜੀ ਨੇ ਜੀ। ਸੋ ਆਪਾਂ ਸਾਖੀ ਅੱਜ ਆਰੰਭ ਕਰ ਲੈਂਦੇ ਹਾਂ। ਅੱਜ ਭੋਗ ਪੈ ਗਿਆ, ਠੀਕ ਹੈ। ਕੱਲ੍ਹ ਵੀ ਮਹਾਰਾਜ ਜੀ ਦੀ ਕਥਾ ਹੀ ਹੋਣੀ ਹੈ, ਅਤੇ ਜੇ ਫਿਰ ਕੱਲ੍ਹ ਨੂੰ ਆਪਾਂ ਕੱਲ੍ਹ ਤੱਕ ਲੈ ਜਾਵਾਂਗੇ। ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੱਜੇ ਹੋਏ ਹੈ। ਆਓ ਪਿਆਰ ਦੇ ਨਾਲ ਸਾਰੀ ਸੰਗਤ ਕਥਾ ਸੁਣੋ। ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। 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 ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਭਾਈ ਗੋਂਦਾ ਗੁਰ ਭਗਤ। ਸਾਧ ਸੰਗਤ ਜੀ, ਕੀਰਤਪੁਰ ਸਾਹਿਬ ਵਿੱਚ ਇੱਕ ਸਿੱਖ ਰਹਿੰਦਾ ਹੈ ਜਿਹਦਾ ਨਾਮ ਹੈ ਭਾਈ ਗੋਂਦਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਕਵੀ ਸੰਤੋਖ ਸਿੰਘ ਲਿਖਦੇ ਆ, ਕਹਿੰਦੇ ਭਾਈ ਗੋਂਦਾ ਜੀ ਗੁਰੂ ਹਰਿਰਾਏ ਸਾਹਿਬ ਜੀ ਦੇ ਬੜੇ ਪੱਕੇ ਭਗਤ ਨੇ। ਕਹਿਣ ਲੱਗੇ ਪੱਕੇ ਭਗਤ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ। ਹਾਂਜੀ। ਗੁਰਮੂਰਤ ਕੋ ਧਿਆਨ। ਉਹ ਸਦਾ ਹੀ ਮਹਾਰਾਜ ਗਰੀਬ ਨਵਾਜ ਜੀ ਦੀ ਮੂਰਤ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਦੇ ਆ ਜੀ। ਮਹਾਰਾਜ ਬਾਣੀ 'ਚ ਕਹਿੰਦੇ ਨਾ, ਗੁਰ ਕੀ ਮੂਰਤ ਮਨ ਮਹਿ ਧਿਆਨ। ਮਹਾਰਾਜ ਜੀ ਦੇ ਸੋਹਣੇ ਸਰੂਪ ਨੂੰ ਭਾਈ ਗੋਂਦਾ ਜੀ ਨੇ ਆਪਣੇ ਇੱਥੇ ਵਸਾਇਆ ਹੋਇਆ ਜੀ, ਮਨ ਵਿੱਚ ਵਸਾਇਆ ਹੋਇਆ ਜੀ। ਹਾਂਜੀ। ਦਰਸ ਹੈ ਦਰਸ਼ਨ ਹਿਰਦੈ ਮਹਿ। ਜਦੋਂ ਵੇਖੋ ਕਿਤੇ ਵੀ ਹੋਣ, ਭਾਈ ਗੋਂਦਾ ਜੀ ਸੇਵਾ ਕਰਦੇ ਹੋਣ, ਬਸ ਅੱਖਾਂ ਬੰਦ ਕਰਕੇ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰ ਲੈਂਦੇ ਜੀ। ਚੇਤਾ ਰੱਖਿਓ, ਪਿਆਰ ਵਾਲਿਆਂ ਦੇ ਨੇਤਰਾਂ 'ਚ ਗੁਰੂ ਦੇ ਦਰਸ਼ਨ ਵਸ ਜਾਂਦੇ ਜੀ। ਉਹ ਜਦੋਂ ਅੱਖਾਂ ਬੰਦ ਕਰਨ ਨਾ ਜੀ, ਉਹਨਾਂ ਨੂੰ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਜੀ। ਜਦੋਂ ਉਹਨਾਂ ਦਰਸ਼ਨ ਕਰਨੇ, ਨੇਤਰ ਬੰਦ ਕਰਨੇ, ਅੰਦਰ ਹੀ ਦਰਸ਼ਨ ਹੋਣੇ ਜੀ ਉਹਨਾਂ ਨੂੰ ਮਹਾਰਾਜ ਦੇ। ਹਾਂਜੀ। ਸਦਾ ਨੇਮ ਇਮ ਜਾਨ। ਭਾਈ ਗੋਂਦਾ ਜੀ ਦਾ ਨੇਮ ਸੀਗਾ। ਆਖੋ ਵਾਹਿਗੁਰੂ ਵਾਹਿਗੁਰੂ। ਉਹਨਾਂ ਦਾ ਨੇਮ ਸੀਗਾ ਜੀ। ਕੀ ਨੇਮ? ਮਹਾਰਾਜ ਦੇ ਨੇਤਰ ਬੰਦ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਜੀ। ਹਾਂਜੀ। ਚੌਪਈ। ਸ਼੍ਰੀ ਸਤਿਗੁਰ ਪੂਰਨ ਹਰਿਰਾਏ, ਕਿਤਕ ਸਮੋ ਟਿਗ ਸੇਵ ਕਮਾਏ। ਕੁਝ ਸਮਾਂ ਭਾਈ ਗੋਂਦਾ ਜੀ ਕੀਰਤਪੁਰ ਸਾਹਿਬ ਵਿੱਚ ਰਹਿ ਕੇ ਨਾ ਸੇਵਾ ਕਰਦੇ ਰਹੇ ਜੀ। ਸੇਵਾ ਕਰਦਿਆਂ ਕਰਦਿਆਂ ਰੰਗ ਲੱਗ ਗਿਆ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਚੇਤਾ ਰੱਖਿਓ, ਸਾਰਿਆਂ ਨੂੰ ਰੰਗ ਨਹੀਂ 'ਚ ਲੱਗਦਾ ਸੇਵਾ ਕਰਦੇ ਆ ਜੀ। ਲੱਗ ਜਾਂਦਾ ਜੀ, ਸਾਰਿਆਂ ਨੂੰ ਨਹੀਂ ਲੱਗਦਾ ਜੀ। ਭਾਈ ਗੋਂਦਾ ਜੀ ਕਿਸੇ ਨਾਲ ਗੱਲਬਾਤ ਨਹੀਂ ਕਰਨੀ, ਸੇਵਾ ਹੀ ਕਰਨੀ ਜੀ ਆਪਣੀ ਜੀ। ਸੇਵਾ ਕਰਦਿਆਂ ਕਰਦਿਆਂ ਰੰਗ ਲੱਗ ਗਿਆ ਜੀ। ਹਾਂਜੀ। ਭਏ ਪ੍ਰਸੰਨ ਏਕ ਦਿਨ ਹੇਰਾ। ਮਹਾਰਾਜ ਗਰੀਬ ਨਵਾਜ ਗੁਰੂ ਹਰਿਰਾਏ ਸਾਹਿਬ ਨਾ ਭਾਈ ਗੋਂਦਾ ਜੀ ਤੇ ਖੁਸ਼ ਰਹਿਣ ਲੱਗ ਪਏ ਜੀ। ਖੁਸ਼ ਰਹਿਣ ਲੱਗ ਪਏ। ਜਿਹੜਾ ਬੰਦਾ ਨੇਕ ਹੋਵੇ, ਚੰਗਾ ਹੋਵੇ, ਇਮਾਨਦਾਰੀ ਨਾਲ ਸੇਵਾ ਕਰੇ, ਗੁਰੂ ਜੀ ਕਿਉਂ ਨਹੀਂ ਖੁਸ਼ ਹੋਣਗੇ ਉਹਦੇ ਤੇ ਜੀ। ਮਹਾਰਾਜ ਭਾਈ ਗੋਂਦਾ ਜੀ ਦੇ ਉੱਤੇ ਖੁਸ਼ ਰਹਿਣ ਲੱਗ ਪਏ ਗੁਰੂ ਹਰਿਰਾਏ ਸਾਹਿਬ। ਜਦੋਂ ਭਾਈ ਗੋਂਦਾ ਜੀ ਨੇ ਆਉਣਾ, ਮਹਾਰਾਜ ਨੇ ਭਾਈ ਗੋਂਦਾ ਜੀ ਨੂੰ ਬੜਾ ਪਿਆਰ ਕਰਨਾ ਜੀ। ਇੱਕ ਦਿਨ ਫਿਰ ਮਹਾਰਾਜ ਨੇ ਇੱਕ ਡਿਊਟੀ ਲਾਈ ਜੀ ਭਾਈ ਗੋਂਦਾ ਜੀ ਦੀ ਜੀ। ਹਾਂਜੀ। ਕਹਿਓ ਬਾਕ ਸ਼੍ਰੀ ਮੁਖ ਤਿਸ ਬੇਰਾ। ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਭਾਈ ਗੋਂਦਾ ਜੀ ਨਾਲ ਬਚਨ ਕੀਤਾ ਜੀ। ਹਾਂਜੀ। ਕਾਬਲ ਕੀਰ ਵਲਾਇਤ ਜੋਏ, ਤਹਿ ਕੀ ਸੰਗਤ ਸਿੱਖ ਸਭ ਕੋਏ। ਮਹਾਰਾਜ ਕਹਿਣ ਲੱਗੇ ਗੋਂਦਾ ਜੀ ਤੁਹਾਡੇ ਤੇ ਮਿਹਰ ਹੈ, ਤੁਸੀਂ ਕਿਤੇ ਵੀ ਹੋਵੋ ਸਾਡੇ ਤੋਂ ਦੂਰ ਨਹੀਂ ਹੈਗੇ। ਇਹ ਵੀ ਅਵਸਥਾ ਹੈ। ਆਖੋ ਵਾਹਿਗੁਰੂ। ਜਿਨ੍ਹਾਂ ਤੇ ਮਿਹਰ ਹੁੰਦੀ ਉਹ ਕਿਤੇ ਵੀ ਹੋਣ, ਨੇੜੇ ਹੀ ਰਹਿੰਦੇ ਜੀ। ਤੁਸੀਂ ਕਿਤੇ ਵੀ ਹੋਵੋ ਸਾਡੇ ਤੋਂ ਦੂਰ ਨਹੀਂ ਰਹਿੰਦੇ।
ਸਾਡੇ ਨੇੜੇ ਹੀ ਰਹਿੰਦੇ ਆ। ਕਾਬਲ ਦੇ ਵਿੱਚ ਸਾਡੀ ਬੜੀ ਸੰਗਤ ਰਹਿੰਦੀ। ਕਹਿਣ ਲੱਗੇ ਸੰਗਤ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਹੈਗਾ। ਕਹਿਣ ਲੱਗੇ ਉੱਥੇ ਹਾਂਜੀ ਤਾਹਾਂ ਰਹੋ ਸਭ ਕੀ ਸੁਧ ਲੇਹੋ। ਤੇ ਤੁਸੀਂ ਸੇਵਾ ਬੜੀ ਕੀਤੀ, ਖਜ਼ਾਨਾ ਤੁਹਾਡੇ ਕੋਲ ਇਕੱਠਾ ਹੋ ਗਿਆ, ਹੁਣ ਉੱਥੇ ਰਹੋ ਤੇ ਸੰਗਤ ਦੀ ਖਬਰਸਾਰ ਲਓ। ਮਹਾਰਾਜ ਕਹਿਣ ਲੱਗੇ ਕਾਬਲ ਵਿੱਚ ਹੀ ਰਹੋ ਪੱਕੇ। ਸਿੱਖੀ ਕੋ ਉਪਦੇਸ਼ ਕਰੇ ਹੋ। ਸਿੱਖੀ ਦਾ ਉਪਦੇਸ਼ ਦ੍ਰਿੜ ਕਰਾਓ। ਮਾਨੋ ਕਾਬਲ ਦੇਸ਼ ਜਿਹੜਾ ਸੀ ਨਾ, ਉਹ ਬਾਗ ਸੀਗਾ। ਗੁਰਸਿੱਖ ਸਿੱਖ ਸੰਗਤਾਂ ਉਸ ਬਾਗ ਦੇ ਫੁੱਲ ਨੇ ਜੀ। ਤੇ ਭਾਈ ਗੋਂਦਾ ਜੀ ਨੂੰ ਗੁਰੂ ਜੀ ਨੇ ਮਾਲੀ ਬਣਾ ਕੇ ਭੇਜਿਆ ਜੀ। ਜਿੰਨੇ ਕਥਾ ਵਾਲੇ ਹੈ, ਕੀਰਤਨ ਵਾਲੇ ਹੈ, ਇਹ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਬਾਗ ਦੇ ਮਾਲੀ ਨੇ ਜੀ। ਬੜੇ ਧਿਆਨ ਨਾਲ ਰਹਿਣਾ ਚਾਹੀਦਾ ਹੈ ਜੀ। ਮਹਾਰਾਜ ਕਹਿਣ ਲੱਗੇ ਉੱਥੇ ਜਾਓ, ਸੰਗਤ ਨੂੰ ਉਪਦੇਸ਼ ਦਿਓ, ਨਾਮ ਨਾਲ ਜੋੜੋ ਸੰਗਤ ਨੂੰ। ਤਹ ਕੀ ਜੋ ਗੁਰਕਾਰ ਅਸ਼ੇਸ਼। ਉੱਥੇ ਸਿੱਖ ਸੰਗਤਾਂ ਜਿਹੜਾ ਦਸਵੰਧ ਕੱਢਦੀਆਂ ਨੇ, ਹਾਂਜੀ, ਕਰਹੋ ਸਕੇਲਨ ਸਗਰੇ ਦੇਸ਼। ਉਹ ਦਸਵੰਧ ਤੁਸੀਂ ਇਕੱਠਾ ਕਰਕੇ ਆਪਣੇ ਕੋਲ ਰੱਖਣਾ, ਸਮੇਂ ਨਾਲ ਸਾਡੇ ਕੋਲ ਲੈ ਆਇਆ ਕਰਨਾ। ਹਾਂਜੀ ਸੰਤ ਅਥਿਤ ਸਿੱਖਨ ਅਚਵਾਵੋ। ਗੁਰ ਕੀ ਦੇਗ ਵਿਸਾਲ ਚਲਾਵੋ। ਤੇ ਗੁਰੂ ਹਰਿ ਰਾਏ ਸਾਹਿਬ ਕਹਿਣ ਲੱਗੇ ਹੈ, ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਗੋਂਦਾ ਜੀ ਉੱਥੇ ਲੰਗਰ ਚਲਾਓ ਕਾਬਲ ਵਿੱਚ ਗੁਰੂ ਦੇ ਨਾਮ ਦਾ। ਕਹਿਣ ਲੱਗੇ ਕੋਈ ਆਵੇ ਸੰਤ ਭਗਤ ਪ੍ਰਾਹੁਣਾ ਆਵੇ, ਸਾਰਿਆਂ ਨੂੰ ਗੁਰੂ ਘਰ ਦਾ ਲੰਗਰ ਛਕਾਉਣਾ। ਕਹਿਣ ਲੱਗੇ ਹਾਂਜੀ ਜੋ ਮੁਜਰੇ ਸਗਰੀ ਪਰ ਜਾਏ, ਅਪਰ ਦੇਗ ਜਿਤਕ ਸਮੁਦਾਏ। ਗੱਜ ਕੇ ਆਖੋ ਵਾਹਿਗੁਰੂ। ਜੇ ਲੰਗਰ ਚ ਮਾਇਆ ਲੱਗ ਜੇ ਨਾ, ਕਹਿਣ ਲੱਗੇ ਇਹਦੇ ਤੋਂ ਵਧੀਆ ਕੰਮ ਕੋਈ ਨਹੀਂ। ਜੇ ਮਾਇਆ ਲੰਗਰ ਚ ਲੱਗ ਜੇ, ਸਮਝਿਓ ਸਾਰੀ ਸਾਡੇ ਕੋਲ ਹੀ ਆ ਗਈ ਹੈ। ਜੇ ਕੋਈ ਮਾਇਆ ਖਰਚੇ ਨਾ ਲੰਗਰ ਦੀ, ਸਮਝੋ ਗੁਰੂ ਹਰਿ ਰਾਏ ਸਾਹਿਬ ਜੀ ਕੋਲ ਚਲੇ ਗਈ ਹੈ। ਹਾਂਜੀ ਸਕਲ ਹਜ਼ੂਰ ਪਠਾਵਨ ਕਰੋ, ਸਿੱਖ ਸੰਗਤ ਤੇ ਜੇ ਤਿਕ ਧਰੋ। ਫਿਰ ਵੀ ਜੇ ਕੋਈ ਮਾਇਆ ਬਚ ਜੇ, ਉਹ ਸਾਡੇ ਕੋਲ ਭੇਜ ਦਿਆ ਕਰਿਓ। ਕਹਿਣ ਲੱਗੇ ਹਾਂਜੀ ਸੁਨ ਆਗਿਆ ਕੋ ਹੋਏ ਕਰ ਬਿਦਾ। ਭਾਈ ਗੋਂਦਾ ਜੀ ਜੀਤ ਨਹੀਂ ਕਰਦਾ ਵਿਛੜਨ ਤੋਂ, ਪਰ ਗੁਰੂ ਜੀ ਦਾ ਹੁਕਮ ਮੰਨਣਾ ਜੀ। ਹੁਕਮ ਮੰਨਣਾ ਹੀ ਤੇ ਸਿੱਖੀ ਹੈ ਜੀ। ਭਾਈ ਸਾਹਿਬ ਵਿਦਾ ਲੈ ਕੇ, ਆਗਿਆ ਲੈ ਕੇ ਕਾਬਲ ਨੂੰ ਤੁਰ ਪਏ ਜੀ। ਹਾਂਜੀ ਬੰਧਨ ਕਰ ਗਮਨਿਓ ਸੋ ਤਦਾ। ਬੰਧਨ ਕਰ ਗਮਨਿਓ ਸੋ ਤਦਾ। ਨਮਸਕਾਰ ਕੀਤੀ, ਗੁਰੂ ਹਰਿ ਰਾਏ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਤੁਰ ਪਏ ਜੀ। ਜਾਏ ਵਲਾਇਤ ਮੈਂ ਤਬ ਰਹਿਓ। ਤੇ ਵਲਾਇਤ ਵਿੱਚ ਰਹੇ ਜੀ, ਭਾਵ ਕਾਬਲ ਵਿੱਚ ਜਾ ਕੇ ਰਹਿ ਪਏ ਜੀ। ਕੀਰਤਪੁਰ ਸਾਹਿਬ ਤੋਂ ਕਾਬਲ ਦਾ ਬੜਾ ਸਫ਼ਰ ਹੈ ਜੀ। ਸਾਰਾ ਸਫ਼ਰ ਤੈਅ ਕਰਕੇ ਉੱਥੇ ਗਏ। ਕਾਬਲ ਦੇ ਲੋਕਾਂ ਨੂੰ ਦੱਸਿਆ, ਮੈਨੂੰ ਗੁਰੂ ਹਰਿ ਰਾਏ ਸਾਹਿਬ ਜੀ ਨੇ ਤੁਹਾਡੇ ਕੋਲ ਭੇਜਿਆ। ਕਾਬਲ ਦੇ ਲੋਕਾਂ ਨੇ ਬੜਾ ਸਤਿਕਾਰ ਕੀਤਾ ਜੀ। ਕਾਬਲੀ ਸਿੱਖ ਹੁਣ ਵੀ ਬੜੇ ਆਉਂਦੇ ਜਾਂਦੇ ਰਹਿੰਦੇ ਆ। ਹਾਂਜੀ ਸਭ ਸੰਗਤ ਤੇ ਧਨ ਕੋ ਲਹਿਓ। ਉੱਥੋਂ ਫਿਰ ਸੰਗਤ ਕੋਲੋਂ ਧਨ ਪ੍ਰਾਪਤ ਕੀਤਾ ਜੀ ਭਾਈ ਗੋਂਦਾ ਜੀ ਨੇ। ਹਾਂਜੀ ਸਿੱਖ ਅਥਿਤਨ ਜਿਤਕ ਅਚਵਾਹਵੈ। ਤੇ ਧਨ ਜਦੋਂ ਇਕੱਠਾ ਹੋ ਗਿਆ ਨਾ, ਭਾਈ ਗੋਂਦਾ ਜੀ ਨੇ ਲਿਆ ਗੁਰੂ ਹਰਿ ਰਾਏ ਸਾਹਿਬ ਜੀ ਦਾ ਨਾਮ ਤੇ ਲਾ ਦਿੱਤਾ ਪੱਕਾ ਹੀ ਲੰਗਰ ਦੀ। ਫਿਰ ਦੀ ਲੰਗਰ ਲਾਇਆ ਜੀ ਪੱਕਾ ਜੀ। ਜੇ ਕੋਈ ਆਵੇ ਪ੍ਰੇਮ ਨਾਲ, ਉਹਨੂੰ ਪ੍ਰਸ਼ਾਦਾ ਛਕਾਉਂਦੇ ਆ ਜੀ। ਸੋ ਸਗਰੀ ਗੁਰ ਮੁਜਰੇ ਪਾਵੈ। ਹਾਂ ਉਹ ਸਮਝੋ ਜਿਹੜੀ ਬਾਕੀ ਮਾਇਆ ਬਚਦੀ ਉਹ ਗੁਰੂ ਦੇ ਖਾਤੇ 'ਚ ਭੇਜ ਦਿੰਦੇ ਮਹਾਰਾਜ ਨੂੰ। ਹਾਂਜੀ ਧਰਮਸਾਲ ਕਾਬਲ ਮੈਂ ਕੀਨਸ। ਲਓ ਜੀ ਕਾਬਲ ਦੇ ਵਿੱਚ ਰੰਗੀ ਹੋਈ ਰੂਹ ਪਹੁੰਚੀ ਜੀ। ਕੌਣ ਪਹੁੰਚਿਆ? ਭਾਈ ਗੋਂਦਾ ਜੀ। ਰੰਗੇ ਹੋਏ ਨੇ ਸਾਰੇ ਹੀ ਰੰਗ ਦਿੱਤੇ ਜੀ। ਫਿਰ ਜੀ ਧਰਮਸ਼ਾਲਾ ਬਣ ਗਈ,
ਕਥਾ ਕੀਰਤਨ ਹੋਣ ਲੱਗ ਪਿਆ, ਲੰਗਰ ਚੱਲ ਪਿਆ ਜੀ ਉੱਥੇ। ਤਹ ਕੋ ਸ਼ੁੱਧਤ ਰਹਿਨ ਨਹਿ ਦੀਨਸ। ਵਾਹ ਵਾਹ ਵਾਹ। ਭਾਈ ਗੋਂਦਾ ਜੀ ਨੇ ਕਿਸੇ ਨੂੰ ਭੁੱਖਿਆਂ ਹੀ ਨਹੀਂ ਰਹਿਣ ਦਿੱਤਾ ਜੀ ਉੱਥੇ ਦੀ। ਨਾਮ ਵੀ ਜਪਾਇਆ ਤੇ ਲੰਗਰ ਵੀ ਛਕਾਇਆ ਜੀ। ਸਤਿਗੁਰ ਪ੍ਰੇਮ ਕਰੇ ਨਿਤ ਮਾਤਾ, ਸਤਨਾਮ ਸਿਮਰਤ ਸੁਖ ਦਾਤਾ। ਭਾਈ ਗੋਂਦਾ ਜੀ ਦਾ ਨੇਮ ਹੈ। ਭਾਈ ਗੋਂਦਾ ਜੀ ਗੁਰੂ ਸਾਹਿਬ ਦੇ ਪ੍ਰੇਮ 'ਚ ਮਸਤੀ ਰਹਿੰਦੇ ਨੇ ਜੀ, ਮਸਤ ਰਹਿੰਦੇ ਜੀ। ਅਵਸਥਾ ਬਣ ਜੇ ਨਾ ਜਦੋਂ ਕੋਈ ਜ਼ਿਆਦੀ ਬਾਣੀ ਪੜ੍ਹੇ, ਜ਼ਿਆਦੀ ਸੇਵਾ ਕਰੇ, ਫਿਰ ਅਵਸਥਾ ਬਣਦੀ ਹੈ। ਹੌਲੀ ਹੌਲੀ ਮਾਇਆ ਦਾ ਰੰਗ ਲੱਥਣ ਲੱਗ ਪੈਂਦਾ ਹੈ, ਗੁਰੂ ਦਾ ਰੰਗ ਚੜ੍ਹਨ ਲੱਗ ਪੈਂਦਾ ਹੈ ਜੀ। ਜੇ ਕੋਈ ਕਹੇ ਮੈਂ ਸਿੱਧਾ ਹੀ ਗੁਰੂ ਦੇ ਪ੍ਰੇਮ 'ਚ ਮਸਤ ਹੋ ਜਾ, ਇੰਝ ਨਹੀਂ ਹੋਇਆ ਜਾਂਦਾ ਜੀ। ਹਾਂਜੀ। ਧਿਆਨ ਪਰਾਇਨ ਰਹਿ ਅਦਕਾਈ, ਹਾਂਜੀ। ਬਹੁ ਚਿਰ ਰਾਖੈ ਬਿਰਤ ਟਿਕਾਈ। ਭਾਈ ਗੋਂਦਾ ਜੀ ਦਾ ਨੇਮ ਹੈ ਜੀ ਕੀ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਜਾਣਾ ਜੀ, ਤੇ ਨੇਤਰ ਬੰਦ ਕਰ ਲੈਣੇ ਤੇ ਗੁਰੂ ਹਰ ਰਾਏ ਸਾਹਿਬ ਦੇ ਅੰਦਰੋਂ ਅੰਦਰ ਹੀ ਦਰਸ਼ਨ ਕਰੀ ਜਾਣੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਅੰਦਰੇ ਹੀ ਅੰਦਰ ਦਰਸ਼ਨ ਕਰੀ ਜਾਣੇ ਜੀ। ਧਿਆਨ ਟਿਕਾ ਲੈਣਾ ਜੀ। ਹੁਣ ਥੋੜਾ ਜਿਹਾ ਆਪਣੇ ਵਾਲੇ ਪਾਸੇ ਆ ਜਾਈਏ ਜੀ। ਕਿਉਂ ਭਾਈ ਗੋਂਦਾ ਜੀ ਦੀ ਸਾਖੀ ਤਾਂ ਸੁਣੀ ਲੈਣੀ ਹੈ। ਸਾਡਾ ਕਿੰਨਾ ਕੁ ਧਿਆਨ ਟਿਕਦਾ ਹੈ, ਕਿੰਨਾ ਕੁ ਸਮਾਂ ਅੱਖਾਂ ਬੰਦ ਰਹਿੰਦੀਆਂ ਜੀ, ਕਿੰਨਾ ਕੁ ਸਮਾਂ ਆਪਾਂ ਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਦੇ ਹਾਂ। 5 ਮਿੰਟ ਹੀ ਅੱਖਾਂ ਬੰਦ ਰਹਿ ਜਾਣ ਨਾ ਤੇ ਮਨ ਕਹਿੰਦਾ ਖੋਲ ਹੁਣ ਅੱਖਾਂ। ਅੱਧਾ ਘੰਟਾ ਵੀ ਕੋਈ ਅੱਖਾਂ ਬੰਦ ਕਰਕੇ ਜੁੜ ਜੇ ਤੇ ਬੜੀ ਵੱਡੀ ਗੱਲ ਹੈਗੀ ਜੀ। ਕਲਯੁਗ ਦਾ ਸਮਾਂ ਹੈਗਾ ਜੀ। ਭਾਈ ਗੋਂਦਾ ਜੀ ਧਿਆਨ ਬੰਦ, ਅੱਖਾਂ ਬੰਦ ਕਰਕੇ ਧਿਆਨ ਲਾ ਲੈਂਦੇ ਤੇ ਗੁਰੂ ਜੀ ਦੇ ਚਰਨਾਂ 'ਚ ਹੀ ਪਹੁੰਚ ਜਾਂਦੇ ਆ ਜੀ। ਹਾਂਜੀ। ਪ੍ਰੇਮ ਭਗਤ ਤਿਸ ਕੀ ਵੱਡ ਜਾਣੀ, ਸ਼੍ਰੀ ਸਤਿਗੁਰ ਕੇ ਮਨ ਮੈਂ ਭਾਣੀ। ਹੁਣ ਭਾਈ ਗੋਂਦਾ ਜੀ ਬੈਠੇ ਕਾਬਲ 'ਚ। ਹਾਂਜੀ। ਕਾਬਲ ਦੇ ਵਿੱਚ ਬਹਿ ਕੇ ਧਿਆਨ ਲਾਉਣਾ। ਗੁਰੂ ਹਰ ਰਾਏ ਸਾਹਿਬ ਕਿੱਥੇ ਨੇ? ਕੀਰਤਪੁਰ ਸਾਹਿਬ 'ਚ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਉੱਥੇ ਹੀ ਪਿਆਰ ਦਾ ਪਤਾ ਵੀ ਭਾਈ ਗੋਂਦਾ ਜੀ ਸਾਡਾ ਧਿਆਨ ਧਰ ਕੇ ਬੈਠੇ ਨੇ। ਚੇਤਾ ਰੱਖਿਓ ਪਿਆਰਿਓ, ਜਿਹਨੂੰ ਆਵਾਜ਼ ਮਾਰਾਂਗੇ ਉਹ ਆਏਗਾ ਵੀ। ਜੇ ਵਾਹਿਗੁਰੂ 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 ਜਪੋਗੇ ਤੇ ਵਾਹਿਗੁਰੂ ਜੀ ਆਉਣਗੇ ਵੀ ਜੀ। ਤੇ ਜੇ ਜਪਣਾ ਹੀ ਨਹੀਂ ਤੇ ਫਿਰ ਵੀ ਆਖਣਾ ਰੱਬ ਨਹੀਂ ਮਿਲਦਾ, ਫਿਰ ਤੇ ਮਾੜੀ ਗੱਲ ਹੈਗੀ ਨਾ ਜੀ। ਮਹਾਰਾਜ ਸੱਚੇ ਪਾਤਸ਼ਾਹ ਭਾਈ ਗੋਂਦਾ ਜੀ ਦੇ ਪ੍ਰੇਮ ਨੂੰ ਜਾਣਦੇ ਨੇ ਜੀ। ਹਾਂਜੀ। ਸਭਾ ਮਾਹੇ ਸ਼੍ਰੀ ਬਦਨ ਬਖਾਣੀ, ਗੋਂਦਾ ਸੇਵਤ ਪ੍ਰੀਤ ਮਹਾਣੀ। ਮਹਾਰਾਜ ਨੇ ਨਾ ਕਦੀ ਕਦੀ ਸੰਗਤ ਵਿੱਚ ਇਹ ਗੱਲ ਕਰ ਦੇਣੀ, ਭਾਈ ਸਿੱਖੋ ਭਾਈ ਗੋਂਦਾ ਸਾਡੇ ਨਾਲ ਬੜਾ ਹੀ ਪਿਆਰ ਕਰਦਾ ਹੈ। ਹੁਣ ਵੇਖ ਲਓ, ਉਦੋਂ ਤੇ ਟੈਲੀਫੋਨ ਵੀ ਨਹੀਂ ਸੀ ਹੈਗੇ ਵੀ ਉਹ ਦੱਸਣ ਵੀ ਮਹਾਰਾਜ ਮੇਰਾ ਬੜਾ ਪਿਆਰ ਤੇ ਤੁਹਾਡੇ ਨਾਲ। ਪਰ ਖੇਡ ਤਾਂ ਇੱਥੋਂ ਚੱਲਣੀ, ਸਾਧ ਸੰਗਤ ਹਿਰਦੇ ਤੋਂ ਖੇਡ ਚੱਲਣੀ ਹੈ। ਜਿਹਦਾ ਮਨੋ ਪ੍ਰੇਮ ਹੈ ਨਾ ਉਹਦਾ ਲੱਗ ਜਾਂਦਾ ਪਤਾ, ਸਾਧ ਸੰਗਤ ਜੀ। ਹਾਂਜੀ। ਦਿਨ ਪ੍ਰਤ ਧਰੈ ਧਿਆਨ ਗੁਰ ਮੂਰਤ, ਅੰਗ ਪ੍ਰਤਿਅੰਗ ਤਥਾ ਸ਼ੁਭ ਸੂਰਤ। ਕਹਿਣ ਲੱਗੇ ਹਰ ਰੋਜ਼ ਭਾਈ ਗੋਂਦਾ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬਹਿ ਜਾਂਦੇ ਜੀ। ਹਰ ਰੋਜ਼ ਦਿਨੋਂ ਦਿਨ ਪ੍ਰੇਮ ਵੱਧਦਾ ਜਾਂਦਾ ਜੀ। ਹਾਂਜੀ। ਨੇਮ ਕਰਤ ਸੋ ਜਿਤਕ ਸਮੇਂ ਕੋ, ਧਰੈ ਧਿਆਨ ਗੁਰ ਚਰਨਨ ਮੈਂ ਕੋ। ਜਿੰਨਾ ਸਮਾਂ ਵੀ ਬੈਠਦੇ ਨਾ ਭਾਈ ਗੋਂਦਾ ਜੀ ਕਾਬਲ ਵਿੱਚ, ਸੁਰਤ ਕਰਕੇ ਮਹਾਰਾਜ ਦੇ ਚਰਨ ਪਕੜਦੇ ਨੇ ਜੀ। ਸੁਰਤ ਕਰਕੇ ਜੀ। ਇਹ ਸੁਰਤ ਦਾ ਰਸਤਾ ਬੜੇ ਅੱਗੇ ਦਾ ਹੈਗਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਦੀ ਜੁੜ ਜਾਂਦੀ ਹੈ ਉਹਨਾਂ ਕੋ ਸੁਣੋ ਕਿੰਨਾ ਆਨੰਦ ਹੈਗਾ ਜੀ ਇਸ ਰਸਤੇ 'ਚ। ਫਿਰ ਆ ਘੜੀ ਵੱਲ ਧਿਆਨ ਹੀ ਨਹੀਂ ਰਹਿੰਦਾ ਬੰਦੇ ਦਾ ਜੀ। ਜਦੋਂ ਸੁਰਤ ਜੁੜ ਜੇ ਨਾ ਜੀ, ਫਿਰ ਨਹੀਂ ਘੜੀ ਵੱਲ ਧਿਆਨ ਰਹਿੰਦਾ ਜੀ। ਆਸੇ ਪਾਸੇ ਦਾ ਵੀ ਧਿਆਨ ਨਹੀਂ ਰਹਿੰਦਾ ਜੀ ਬੰਦੇ ਨੂੰ ਜੀ। ਹਾਂਜੀ। ਇੱਕ ਦਿਨ ਗੋਂਦੇ ਮੱਜਨ ਠਾਨਾ, ਇੱਕ ਦਿਨ ਭਾਈ ਗੋਂਦਾ ਜੀ ਅੰਮ੍ਰਿਤ ਵੇਲੇ ਉੱਠੇ। ਭਾਈ ਗੋਂਦਾ ਜੀ ਨੇ ਇਸ਼ਨਾਨ ਕੀਤਾ ਜੀ। ਆਖੋ ਵਾਹਿਗੁਰੂ ਵਾਹਿਗੁਰੂ।
ਪ੍ਰਥਮੈ ਸ਼੍ਰੀ ਜਪ ਪਾਠ ਬਖਾਨਾ। ਸਭ ਤੋਂ ਪਹਿਲਾਂ ਭਾਈ ਗੋਂਦਾ ਜੀ ਨੇ ਕੀ ਕੀਤਾ ਜੀ? ਜਪ ਜੀ ਸਾਹਿਬ ਦਾ ਪਾਠ ਕੀਤਾ। ਬੜੇ ਪਿਆਰ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹੀ ਜੀ ਭਾਈ ਗੋਂਦਾ ਜੀ ਨੇ। ਅਰਦਾਸ ਕਰੋ ਮਹਾਰਾਜ ਸਾਡੇ ਤੇ ਮਿਹਰ ਕਰੋ, ਅਸੀਂ ਵੀ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਿਆ ਕਰੀਏ। ਹਾਂਜੀ। ਪੁੰਨ ਸਤਿਗੁਰ ਕੋ ਲਾਇਓ ਧਿਆਨਾ। ਫਿਰ ਕੀ ਕੀਤਾ ਜੀ? ਪਾਠ ਕਰਕੇ ਬਾਣੀ ਪੜ੍ਹ ਕੇ ਨੇਤਰ ਬੰਦ ਕਰ ਲਏ ਤੇ ਮਹਾਰਾਜ ਦੇ ਚਰਨਾਂ ਦਾ ਧਿਆਨ ਜੋੜ ਲਿਆ ਜੀ। ਹਾਂਜੀ। ਬੜਿਓ ਆਨੰਦ ਬਿਰਤੀ ਠਹਿਰਾਨਾ। ਆਨੰਦ ਵੱਧ ਗਿਆ ਜੀ, ਬਿਰਤੀ ਟਿਕ ਗਈ ਜੀ। ਆਨੰਦ ਵੱਧ ਗਿਆ, ਧਿਆਨ ਟਿਕ ਗਿਆ, ਬਿਰਤੀ ਟਿਕ ਗਈ ਜੀ। ਹਾਂਜੀ। ਧਿਆਨ ਬਿਖੈ ਗੁਰ ਕੇ ਨਿਜ ਹਾਥ। ਹਾਂਜੀ। ਪਦ ਅਰਬਿੰਦ ਗਹੇ ਰਤ ਸਾਥ। ਧਿਆਨ ਦੇ ਵਿੱਚ ਸਤਿਗੁਰੂ ਜੀ ਦੇ ਚਰਨ ਆਪਣੇ ਹੱਥਾਂ ਨਾਲ ਫੜ ਲਏ ਜੀ ਉਹਨਾਂ ਨੇ ਜੀ। ਧਿਆਨ ਵਿੱਚ ਜੀ ਵੇਖ ਲਓ ਧਿਆਨ ਦੀ ਖੇਡ ਜੀ। ਮਹਾਰਾਜ ਕਿੱਥੇ ਬੈਠੇ ਆ? ਸ੍ਰੀ ਕੀਰਤਪੁਰ ਸਾਹਿਬ। ਭਾਈ ਗੋਂਦਾ ਜੀ ਕਿੱਥੇ ਬੈਠੇ ਆ? ਕਾਬਲ ਵਿੱਚ। ਕਾਬਲ 'ਚ ਬੈਠਿਆਂ ਨੇ ਮਹਾਰਾਜ ਦੇ ਚਰਨ ਫੜ ਲਏ ਜੀ। ਹਾਂਜੀ। ਇਸ ਆਨੰਦ ਮੈਂ ਲੈ ਹੋਏ ਗਇਓ। ਨਿਰਵਿਕਲਪ ਸਮਾਦ ਥਿਟ ਗਇਓ। ਕਹਿੰਦੇ ਇਸ ਆਨੰਦ ਮੇ ਲੈ ਹੋਏ ਗਇਓ। ਇਸ ਆਨੰਦ ਵਿੱਚ ਲੈ ਹੀ ਹੋ ਗਏ ਜੀ, ਉਹ ਮਗਨ ਹੋ ਗਏ ਜੀ। ਤੇ ਨਿਰਵਿਕਲਪ ਸਮਾਦ ਥਿਤ ਠਇਓ। ਸਮਾਧੀ ਲੱਗ ਗਈ ਨਿਰਵਿਕਲਪ, ਜਿਹਦੇ 'ਚ ਕੋਈ ਫੁਰਨਾ ਨਹੀਂ ਪੈਦਾ ਹੁੰਦਾ ਜੀ। ਸੰਗਤ ਜੀ ਇਹ ਬੜੀਆਂ ਵੱਡੀਆਂ ਗੱਲਾਂ ਨੇ। ਪਤਾ ਕਿਉਂ ਜੀ? ਤੁਸੀਂ ਬਹੁਤ ਸਾਰੇ ਪਾਠ ਕਰਨ ਵਾਲੇ ਪ੍ਰੇਮੀ ਮੇਰੇ ਸਾਹਮਣੇ ਬੈਠੇ ਹੋ। ਸੱਚ ਦੱਸੋ ਜੀ, ਪਾਠ ਕਰਦਿਆਂ ਫੁਰਨੇ ਬਣਦੇ ਕਿ ਨਹੀਂ ਬਣਦੇ ਜੀ? ਬਣਦੇ ਨਾ ਜੀ। ਕਿੰਨੇ ਬਣਦੇ ਜੀ? ਕੋਈ ਗਿਣਤੀ ਨਹੀਂ ਹੈਗੀ ਜੀ। ਇੱਕ ਅਵਸਥਾ ਐਸੀ ਆ ਜਾਂਦੀ ਹੈ ਪਿਆਰ ਵਾਲਿਆਂ ਦੀ, ਉਹਨਾਂ ਦੇ ਅੰਦਰ ਫੁਰਨਾ ਹੀ ਨਹੀਂ ਕੋਈ ਬਣਦਾ ਜੀ। ਉਹਨੂੰ ਕਹਿੰਦੇ ਨਿਰਵਿਕਲਪ ਸਮਾਧੀ ਲੱਗਣੀ ਜੀ। ਸੋਨੀ ਹੋ ਜਾਣਾ ਜੀ, ਲੈ ਹੋ ਜਾਣਾ ਜੀ। ਬਸ ਅੰਦਰ ਸੁਰਤ ਜੁੜ ਗਈ, ਸੁਰਤ ਕਰਕੇ ਮਹਾਰਾਜ ਦੇ ਚਰਨ ਫੜ ਲਏ, ਕੋਈ ਫੁਰਨਾ ਨਹੀਂ ਬਣਨ ਦਿਆ। ਹਾਂਜੀ। ਨਹਿ ਸਰੀਰ ਕੀ ਸੁਧ ਕੁਛ ਰਹੀ। ਭਾਈ ਗੋਂਦਾ ਜੀ ਨੂੰ ਸਰੀਰ ਦੀ ਸੁੱਧ ਹੀ ਨਹੀਂ ਰਹੀ ਵੀ ਮੈਂ ਸਰੀਰ ਵਿੱਚ ਹੈਗਾ ਜੀ। ਕੋਈ ਸਰੀਰ ਦੀ ਸੁੱਧ ਹੀ ਨਹੀਂ ਰਹੀ ਜੀ। ਨਿਸ਼ਚਲਤਾ ਐਸੀ ਤਿਨ ਗਹੀ। ਇਸ ਤਰੀਕੇ ਨਾਲ ਨਿਸ਼ਚਲਤਾ ਧਾਰਨ ਕਰ ਲਈ ਜੀ। ਬਿਲਕੁਲ ਟਿਕ ਗਏ ਜੀ ਉਹ, ਬਿਲਕੁਲ। ਹਾਂਜੀ। ਸੁਨਹਿ ਨਾ ਦੇਖੈ ਪਰਸ ਨਾ ਜਾਣੈ। ਕਹਿੰਦੇ ਸੁਣਦੇ ਵੀ ਨਹੀਂ ਤੇ ਵੇਖਦੇ ਵੀ ਨਹੀਂ ਕੁਛ ਜੀ। ਕੀ ਲਾਗੇ ਹੋ ਰਿਹਾ ਪਤਾ ਨਹੀਂ ਲੱਗ ਰਿਹਾ ਜੀ। ਤੁਸੀਂ ਇੱਕ ਗੱਲ ਸੁਣੋ, ਤੁਹਾਡੇ ਲਾਗੇ ਕਥਾ ਹੋ ਰਹੀ ਹੋਵੇ ਜੀ, ਹੁਣ ਵੀ ਹੋ ਰਹੀ ਹੈ, ਤੁਹਾਡਾ ਧਿਆਨ ਕਿਤੇ ਹੋਰ ਚੱਲ ਜਾਏ, ਕਥਾ ਸੁਣਦੀ ਜੀ ਬੰਦੇ ਨੂੰ ਜੀ? ਨਹੀਂ ਸੁਣਦੀ ਜੀ। ਜਿੱਧਰ ਧਿਆਨ ਹੈ ਉਹ ਸਭ ਕੁਝ ਪਤਾ ਲੱਗ ਰਿਹਾ ਹੁੰਦਾ ਜੀ। ਲਾਗੇ ਭਾਵੇਂ ਪੂਰਾ ਸਪੀਕਰ ਜ਼ੋਰਾਂ 'ਚ ਲੱਗੀ ਹੋਵੇ, ਕਥਾ ਨਹੀਂ ਸੁਣਦੀ ਬੰਦੇ ਨੂੰ। ਭਾਈ ਸਾਹਿਬ ਜੀ ਦਾ ਧਿਆਨ ਮਹਾਰਾਜ ਦੇ ਚਰਨਾਂ 'ਚ ਜੁੜਿਆ, ਲਾਗੇ ਰੌਲਾ ਪੈ ਰਿਹਾ, ਕੀ ਹੋ ਰਿਹਾ ਪਤਾ ਹੀ ਨਹੀਂ ਲੱਗ ਰਿਹਾ, ਕੁਛ ਵੇਖ ਨਹੀਂ ਰਿਹਾ ਜੀ। ਤੇ ਸੁਨਹਿ ਨਾ ਦੇਖੇ, ਇੱਥੋਂ ਤੱਕ ਪਰਸ ਨਾ ਜਾਣੈ। ਸਰੀਰ ਤੇ ਕਿਸੇ ਨੇ ਹੱਥ ਲਾਇਆ, ਇਹਦੀ ਵੀ ਸੋਝੀ ਨਹੀਂ ਰਹੀ ਜੀ। ਕਿੰਨੀ ਅੱਗੇ ਦੀ ਸਮਾਧੀ ਲੱਗੀ ਜੀ ਉਹਨਾਂ ਦੀ। ਰਸਨਾ ਘਰਾਨ ਵਿਸ਼ੇ ਨਹਿ ਮਾਨੈ। ਕਹਿੰਦੇ ਆ ਰਸ ਸੁੰਘਣ ਦੀ ਸ਼ਕਤੀ, ਇੰਦਰੀਆਂ ਦੀ ਸ਼ਕਤੀ, ਕੁਛ ਨਹੀਂ ਰਿਹਾ ਜੀ ਉੱਥੇ ਸਮਾਧੀ ਵਿੱਚ ਜੀ। ਹੁਣ ਸਾਨੂੰ ਖੁਸ਼ਬੂ ਤੇ ਆਉਂਦੀ ਹੈ ਨਾ ਜੀ, ਉਹਨਾਂ ਨੂੰ ਖੁਸ਼ਬੂ ਦਾ ਵੀ ਨਹੀਂ ਪਤਾ ਜੀ, ਜਦੋਂ ਧਿਆਨ ਹੀ ਨਹੀਂ ਹੈਗਾ ਕਿਸੇ ਪਾਸੇ ਜੀ। ਹਾਂਜੀ। ਟਿਕੀ ਬਿਰਤ ਮਹਿ ਭਇਓ ਆਨੰਦ। ਬਿਰਤੀ ਟਿਕ ਗਈ ਜੀ, ਆਨੰਦ ਹੀ ਆਨੰਦ ਭਾਈ ਸਾਹਿਬ ਦਾ ਬਣ ਗਿਆ ਜੀ। ਕਰ ਮਹਿ ਗਹਿ ਗੁਰ ਪਦ ਅਰਬਿੰਦ। ਬਸ ਧਿਆਨ ਮਹਾਰਾਜ ਦੇ ਚਰਨਾਂ 'ਚ ਤੇ ਸੁਰਤ ਕਰਕੇ ਮਹਾਰਾਜ ਦੇ ਚਰਨ ਫੜ ਲਏ ਜੀ ਉਹਨਾਂ ਨੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਸੁਰਤ ਦੀ ਤੇ ਖੇਡ ਹੈ, ਇਹੋ ਹੀ ਨਹੀਂ ਟਿਕਦੀ ਜੀ। ਬਸ ਇਹ ਜੇ ਜਪਜੀ ਸਾਹਿਬ 'ਚ ਟਿਕਦੇ ਨਾ ਸੰਗਤ ਜੀ, ਇੱਕ ਜਪਜੀ ਸਾਹਿਬ 'ਚ, ਤੇ ਜਨਮ ਮਰਨ ਤੋਂ ਰਹਿਤ ਕਰ ਦਿੰਦੀ ਬੰਦੇ ਨੂੰ ਜੀ। ਟਿਕਦੀ ਨਹੀਂ ਬਸ ਜੀ। ਭਾਈ ਸਾਹਿਬ ਦੀ ਟਿਕ ਗਈ ਜੀ। ਹਾਂਜੀ।
ਅਚਲ ਹੋਏ ਕਰ ਬੈਠਿਓ ਰਹਿਓ। ਅਚਲ ਹੋ ਕੇ ਬੈਠੇ, ਨਾ ਹਿਲਦਾ ਸਰੀਰ, ਨਾ ਸਾਹ ਲੈਣ ਦਾ ਹੀ ਪਤਾ ਲੱਗ ਰਿਹਾ ਜੀ। ਅਪਰ ਨਾ ਕਿਨਹੂ ਤਿਨ ਕੁਛ ਕਹਿਓ। ਅਪਰ ਨਾ ਕਿਨਹੂ ਤਿਨ ਕੁਛ ਕਹਿਓ। ਕਿਸੇ ਹੋਰ ਨੇ ਕੁਝ ਨਹੀਂ ਕਿਹਾ। ਵੇਖਿਆ ਭਾਈ ਗੋਂਦਾ ਜੀ ਜੁੜੇ ਹੋਏ, ਸਮਾਧੀ ਲੱਗੀ ਹੋਈ ਸੀ। ਗੁਰ ਦਰਸ਼ਨ ਮੈਂ ਗਇਓ ਸਮਾਏ, ਸਾਗਰ ਵਿਖੈ ਬੂੰਦ ਕੇ ਭਾਏ। ਆਖੋ ਵਾਹਿਗੁਰੂ। ਕਹਿੰਦੇ ਅੰਦਰ ਅੰਦਰ ਮਹਾਰਾਜ ਦੇ ਦਰਸ਼ਨ ਹੁੰਦੇ, ਦਰਸ਼ਨਾਂ ਵਿੱਚ ਸਮਾ ਗਏ ਜੀ। ਕਿਵੇਂ? ਜਿਵੇਂ ਸਮੁੰਦਰ ਵਿੱਚ ਪਾਣੀ ਦੀ ਬੂੰਦ ਪਾ ਦਿਓ, ਪਤਾ ਹੀ ਨਹੀਂ ਲੱਗਦਾ ਨਾ ਜੀ। ਇਸ ਤਰ੍ਹਾਂ ਦਰਸ਼ਨਾਂ ਵਿੱਚ ਸਮਾ ਗਏ ਜੀ। ਕਿੰਨਾ ਕੁਝ ਇਸ ਸਰੀਰ ਦੇ ਵਿੱਚ ਹੋ ਸਕਦਾ, ਪਰ ਇੱਕ ਅਸੀਂ ਹੈਗੇ ਆ। ਚਲੋ ਕਈ ਗੁਰਮੁਖਾਂ ਪਿਆਰਿਆਂ ਦੀ ਅਵਸਥਾ ਬਹੁਤ ਉੱਚੀ ਹੈ, ਪਰ ਆਮ ਬੰਦੇ ਜਿਹੜੇ ਕੋਈ ਅਸਰ ਨਹੀਂ ਪੈਂਦਾ ਜੀ। ਹਾਂਜੀ। ਸ਼੍ਰੀ ਕੀਰਤਪੁਰ ਗੁਰ ਹਰ ਰਾਏ। ਉਧਰ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਸਿੰਘਾਸਨ ਪਰ ਥਿਰੇ ਸੁਹਾਏ। ਮਹਾਰਾਜ ਆਸਣ ਤੇ ਬੈਠੇ ਹੋਏ ਨੇ ਜੀ। ਉਧਰੋਂ ਸਿੱਖ ਨੇ ਚੌਂਕੜਾ ਲਾਇਆ, ਇਧਰੋਂ ਮਹਾਰਾਜ ਵੀ ਅੰਮ੍ਰਿਤ ਵੇਲੇ ਦੇ ਚੌਂਕੜੇ 'ਚ ਬੈਠੇ ਸੀਗੇ। ਹਾਂਜੀ। ਦੋਨੋਂ ਚਰਨ ਇਕੱਤਰ ਹੈ ਕਰੇ। ਤੇ ਸੱਚੇ ਪਾਤਸ਼ਾਹ ਨੇ ਚੌਂਕੜਾ ਮਾਰਿਆ ਨਾ ਜੀ, ਦੋਵੇਂ ਚਰਨ ਇਕੱਠੇ ਕਰ ਲਏ ਜੀ। ਤਾਂ ਨੂੰ ਗੋਡੇ ਕਰਕੇ ਚਰਨ ਇਕੱਠੇ ਕਰ ਲਏ ਮਹਾਰਾਜ ਨੇ। ਬੈਠ ਰਹੇ ਨਹਿ ਹਿਲਬੋ ਧਰੇ। ਮਹਾਰਾਜ ਹਿੱਲ ਨਹੀਂ ਰਹੇ ਜੀ। ਗੁਰੂ ਹਰ ਰਾਏ ਸਾਹਿਬ ਉਹ ਬੈਠੇ ਟਿਕੇ ਹੋਏ ਜੀ, ਬਿਲਕੁਲ ਨਹੀਂ ਹਿੱਲ ਰਹੇ ਮਹਾਰਾਜ। ਹਾਂਜੀ। ਭਾਈ ਭੋਰ ਤੇ ਨਿਸ਼ਚਲ ਭਏ। ਸਵੇਰ ਚੜ ਗਈ, ਦਿਨ ਚੜ ਗਿਆ ਜੀ। ਸਾਰੀਆਂ ਸੰਗਤਾਂ ਵੇਖਣ। ਹਾਂਜੀ। ਜਬ ਦੋਏ ਜਾਮ ਬੀਤ ਦਿਨ ਗਏ। ਦਿਨ ਚੜੇ ਨੂੰ 2 ਪੈਰ ਲੰਘ ਗਏ ਜੀ। ਆਖੋ ਵਾਹਿਗੁਰੂ। ਜਦੋਂ ਦਿਨ ਚੜੇ ਨੂੰ 2 ਪੈਰ ਲੰਘ ਜਾਣ ਤੇ ਕੀ ਚੜਦਾ ਭਲਾ? ਦੁਪਹਿਰ ਹੁੰਦੀ ਹੈ ਜੀ। ਇਹਨੂੰ 2 ਪੈਰ ਕਹਿੰਦੇ ਜੀ। ਹਾਂਜੀ। ਦੁਪਹਿਰ ਹੋ ਗਈ ਜੀ। ਮਹਾਰਾਜ ਅੱਜ ਉੱਠੇ ਨਹੀਂ ਆਸਣ ਤੋਂ ਸੱਚੇ ਪਾਤਸ਼ਾਹ। ਗੋਹਜ ਬਾਤ ਨੈ ਕਿਨਹੂ ਜਾਨੀ। ਹੁਣ ਕਿਸੇ ਦੀ ਹਿੰਮਤ ਨਹੀਂ ਵੀ ਉਹ ਮਹਾਰਾਜ ਨੂੰ ਪੁੱਛੇ। ਮਹਾਰਾਜ ਉੱਠਦੇ ਨਹੀਂ। ਮਹਾਰਾਜ ਦੀ ਗੁੱਝੀ ਗੱਲ ਕੋਈ ਜਾਣ ਨਹੀਂ ਸਕਿਆ ਜੀ। ਹਾਂਜੀ। ਥਿਰੇ ਸਮੀਪ ਮੌਨਤਾ ਠਾਨੀ। ਸਭ ਸਿੱਖ ਸੇਵਕ ਲਾਗੇ ਚੁੱਪ ਕਰਕੇ ਖਲੋਤੇ ਐ, ਕੋਈ ਬੋਲ ਨਹੀਂ ਰਿਹਾ ਜੀ। ਤਿਆਰ ਆਹਾਰ ਅਨੇਕ ਪ੍ਰਕਾਰੇ। ਲੰਗਰ ਤਿਆਰ ਹੋਏ ਨੂੰ ਬੜਾ ਸਮਾਂ ਹੋ ਗਿਆ ਜੀ। ਹੁਣ ਮਹਾਰਾਜ ਉੱਠਣ, ਭੋਗ ਲਾਉਣ, ਸੰਗਤਾਂ ਛਕਣ ਨਾ ਜੀ। ਹਾਂਜੀ। ਆਨ ਰਸੋਈਆ ਖਰੋ ਅਗਾਰੇ। ਲਾਂਗਰੀ ਸਿੱਖ ਰਸੋਈਆ ਸਿੱਖ ਆ ਕੇ ਸਾਹਮਣੇ ਖਲੋਤਾ ਮਹਾਰਾਜ ਦੇ ਜੀ। ਮਹਾਰਾਜ ਦੋਵੇਂ ਚਰਨ ਇਕੱਠੇ ਕਰਕੇ ਬੈਠੇ, ਹਿੱਲ ਨਹੀਂ ਰਹੇ ਜੀ। ਹਾਂਜੀ। ਹੱਥ ਜੋੜ ਅਰਦਾਸ ਬਖਾਨੀ। ਹੱਥ ਜੋੜੇ ਉਸਨੇ, ਲਾਂਗਰੀ ਸਿੱਖ ਨੇ। ਉਹਨੇ ਫਿਰ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ 'ਚ। ਗੁਰ ਮਹਾਰਾਜ ਨਾ ਬੋਲੇ ਬਾਣੀ। ਪਰ ਮਹਾਰਾਜ ਨੇ ਉੱਤਰ ਨਹੀਂ ਦਿੱਤਾ ਸੀ। ਲਾਂਗਰੀ ਨੇ ਕਿਹਾ ਮਹਾਰਾਜ ਪ੍ਰਸ਼ਾਦਾ ਤਿਆਰ ਹੈ, ਮਹਾਰਾਜ ਸਾਰੀਆਂ ਸੰਗਤਾਂ ਛਕਣਾ, ਭੋਗ ਲਾਓ। ਮਹਾਰਾਜ ਨਹੀਂ ਬੋਲੇ ਜੀ। ਹਾਂਜੀ। ਪੇਖ ਸੁਭਾਏ ਕੋ ਬਿਸਮੈ ਹੋਏ। ਹਾਂ, ਮਹਾਰਾਜ ਇਸ ਤਰ੍ਹਾਂ ਤੇ ਕਰਦੇ ਹੀ ਨਹੀਂ ਕਦੀ ਜੀ। ਭੋਜਨ ਨੂੰ ਭੋਗ ਲਾ ਕੇ ਸਿੱਖ ਸੰਗਤਾਂ ਨੂੰ ਵਰਤਣਾ ਹੁੰਦਾ ਹੈ। ਅੱਜ ਉੱਠ ਨਹੀਂ ਰਹੇ, ਸਾਰੇ ਹੈਰਾਨ ਹੋ ਗਏ ਜੀ। ਹਾਂਜੀ। ਸਤਿਗੁਰ ਕਿਸ ਕੀ ਦਿਸ਼ ਨਹਿ ਜੋਏ। ਕਮਾਲ ਦੀ ਗੱਲ ਹੈ, ਮਹਾਰਾਜ ਵੇਖ ਵੀ ਨਹੀਂ ਰਹੇ ਕਿਸੇ ਵੱਲ ਜੀ। ਆਪਣੇ ਧਿਆਨ 'ਚ ਮਗਨ ਬੈਠੇ ਹੋਏ ਸੱਚੇ ਪਾਤਸ਼ਾਹ। ਲੀਲਾ ਮਹਾਪ੍ਰੇਮ ਕੀ ਸੁਆਮੀ। ਕੌਣ ਲਖੈ ਬਿਨ ਅੰਤਰ ਜਾਮੀ। ਕਹਿੰਦੇ ਤੇ ਹੁਣ ਕੋਈ ਅੰਦਰ ਦੀ ਗੱਲ ਜਾਣਦਾ ਹੋਵੇ, ਉਹਨੂੰ ਪਤਾ ਲੱਗੇ ਵੀ ਇਹ ਪ੍ਰੇਮ ਦੀ ਲੀਲਾ ਹੈ। ਕੋਈ ਅੰਤਰਜਾਮੀ ਹੋਵੇ, ਉਹਨੂੰ ਪਤਾ ਲੱਗ ਜੇ ਜੀ। ਹਾਂਜੀ। ਦੋਏ ਘਟਿਕਾ ਬਿਤ ਗਏ ਪਿਸ਼ਾਰੀ। ਦੁਪਹਿਰ ਚੜੇ ਨੂੰ ਵੀ 2 ਘੜੀਆਂ ਲੰਘ ਗਈਆਂ ਜੀ। ਦੁਪਹਿਰ ਚੜੀ ਨੂੰ ਵੀ ਜੀ। ਹਾਂਜੀ। ਪੁੰਨ ਸੇਵਕ ਅਰਦਾਸ ਉਚਾਰੀ। ਫਿਰ ਸੇਵਕ ਨੇ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ 'ਚ ਜੀ, ਸਾਹਮਣੇ ਖਲੋ ਕੇ। ਸਤਿਗੁਰ ਨਹੀਂ ਕਹਿਓ ਕਛ ਫੇਰੇ। ਮਹਾਰਾਜ ਨੇ ਫਿਰ ਨਹੀਂ ਕੋਈ ਉੱਤਰ ਦਿੱਤਾ। ਗੁਰੂ ਹਰ ਰਾਏ ਸਾਹਿਬ ਨੇ ਜੀ ਕੁਛ ਨਹੀਂ ਬੋਲੇ ਮਹਾਰਾਜ ਸੱਚੇ ਪਾਤਸ਼ਾਹ। ਬੈਠ ਰਹੇ ਸਭ ਬਿਸਮ ਵਡੇਰੇ। ਹੈਰਾਨ ਵੀ ਕੀ ਗੱਲ, ਕੋਈ ਗਲਤੀ ਹੋ ਗਈ ਸਾਡੇ ਕੋਲੋਂ? ਕੋਈ ਬਚਨ ਤੇ ਕਰਨ ਮਹਾਰਾਜ। ਨਾ ਸਰੀਰ ਹਿਲਾ ਰਹੇ ਨੇ, ਨਾ ਬਚਨ ਕਰ ਰਹੇ ਨੇ। ਚਤੁਰ ਘਟੀ ਬੀਤੇ ਪੁੰਨ ਦਾਸ। ਚਲੋ ਜੀ 4 ਘੜੀਆਂ ਹੋਰ ਲੰਘ ਗਈਆਂ ਜੀ। ਦੁਪਹਿਰ ਵੀ ਲੰਘ ਗਈ ਸਾਰੀ ਜੀ।
ਤੀਜੀ ਵਾਰੀ ਸਿੱਖ ਨੇ ਫਿਰ ਅਰਦਾਸ ਕੀਤੀ ਜੀ। ਹਾਥ ਜੋੜ ਕੀਨਸ ਅਰਦਾਸ, ਹੱਥ ਜੋੜ ਕੇ ਉਹਨੇ ਅਰਦਾਸ ਕੀਤੀ। ਸਿੱਧ ਅੰਨ ਸਭ ਸੀਤਲ ਭਇਓ। ਮਹਾਰਾਜ ਹੁਣ ਤੇ ਲੰਗਰ ਵੀ ਠੰਡਾ ਹੋ ਗਿਆ, ਸਾਰਾ ਲੰਗਰ ਹੀ ਠੰਡਾ ਹੋ ਗਿਆ। ਹਾਂਜੀ। ਰਾਵਰ ਬਿਨ ਕਿਨਹੂ ਨਹਿ ਖਾਇਓ। ਮਹਾਰਾਜ ਆਪ ਜੀ ਨੇ ਨਹੀਂ ਛਕਿਆ, ਸੰਗਤ ਦੇ ਕਿਸੇ ਜੀ ਨੇ ਵੀ ਪ੍ਰਸ਼ਾਦਾ ਨਹੀਂ ਛਕਿਆ। ਹੁਕਮ ਆਪ ਕੋ ਹੋਏ ਸੋ ਕਰੈ, ਬਰਤੈ ਦੇਗ ਕਿਧੋਂ ਇਮਰ ਧਰੈ। ਸੱਚੇ ਪਾਤਸ਼ਾਹ ਦੱਸੋ ਫਿਰ ਲੰਗਰ ਇੰਝ ਹੀ ਪਿਆ ਰਹਿਣ ਦੇਣਾ ਕਿ ਵਰਤਾਉਣਾ ਹੈ? ਮਹਾਰਾਜ ਹੁਕਮ ਕਰੋ। ਹਾਂਜੀ। ਸੁਨ ਗੁਰ ਤੂਸ਼ਨ ਕਰ ਤਿਸ ਕਾਲਾ। ਸੱਚੇ ਪਾਤਸ਼ਾਹ ਫਿਰ ਚੁੱਪ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਕੋਈ ਬਚਨ ਹੀ ਨਹੀਂ ਗੁਰੂ ਹਰਿ ਰਾਏ ਸਾਹਿਬ ਜੀ ਕਰ ਰਹੇ ਜੀ। ਰਹੇ ਸਿੰਘਾਸਨ ਅਚਲ ਕਿਰਪਾਲਾ। ਤੇ ਮਹਾਰਾਜ ਅਚਲ ਬੈਠੇ ਹੋਏ ਜੀ। ਹਾਂਜੀ। ਦੋਏ ਘਟੀ ਦਿਨ ਰਹਿਓ ਜੋ ਜਾਏ। ਹੁਣ ਤੇ ਦੁਪਹਿਰ ਵੀ ਲੰਘ ਗਈ ਤੇ ਦਿਨ ਡੁੱਬਣ ਵਾਲਾ ਹੋ ਗਿਆ, 2 ਘੜੀਆਂ ਹੀ ਰਹਿ ਗਈਆਂ ਜੀ ਬਸ ਜੀ। ਸਾਰਾ ਦਿਨ ਹੀ ਹੋ ਗਿਆ ਜੀ। ਸੂਰਜ ਢਲਣ ਚ 2 ਘੜੀਆਂ ਹੀ ਰਹਿ ਗਈਆਂ ਜੀ। ਬਹਿ ਕੇ ਵਿਖਾਵੇ ਹਾਂ ਕੋਈ ਇੰਨਾ ਚਿਰ ਦੀ ਕਈ ਨਹੀਂ ਬਹਿੰਦਾ ਜੀ। ਇਹ ਗੁਰੂ ਸਾਹਿਬ ਨੇ ਜੀ। ਹਾਂਜੀ। ਕਹਿਓ ਬਾਹਰ ਸੇਵਕ ਸਮੁਦਾਏ। ਕਿਸੇ ਨੇ ਪ੍ਰਸ਼ਾਦਾ ਨਹੀਂ ਛਕਿਆ। ਸੇਵਕ ਨੇ ਚੌਥੀ ਵਾਰੀ ਆ ਕੇ ਬੇਨਤੀ ਕੀਤੀ ਮਹਾਰਾਜ ਨੇ, ਗੁਰੂ ਗਰੀਬ ਨਿਵਾਸ ਕਿਰਪਾਲਾ। ਹੇ ਗਰੀਬ ਨਵਾਜ ਕਿਰਪਾਲੂ ਸੱਚੇ ਪਾਤਸ਼ਾਹ, ਲੀਲਾ ਤੁਮਰੀ ਅਧਿਕ ਵਿਸਾਲਾ। ਮਹਾਰਾਜ ਤੁਹਾਡੀ ਲੀਲਾ ਤੁਸੀਂ ਜਾਣਦੇ ਹੋ। ਹਾਂਜੀ। ਹਮ ਅਲਪਗ ਜੀਵ ਕਿਆ ਜਾਣੈ। ਮਹਾਰਾਜ ਸਾਨੂੰ ਅਲਪਗ ਮਾੜੀ ਬੁੱਧੀ ਵਾਲੇ ਛੋਟੀ ਬੁੱਧੀ ਵਾਲਿਆਂ ਨੂੰ ਕੀ ਪਤਾ ਹੈ? ਬਿਨਾ ਆਪ ਕੇ ਕਰੈ ਬਖਾਨੈ। ਜੋ ਆਪ ਜੀ ਦੇ ਕਹੇ ਤੋਂ ਬਗੈਰ ਹੀ ਸਾਨੂੰ ਪਤਾ ਲੱਗ ਜਾਏ ਵੀ ਤੁਸੀਂ ਇਸ ਤਰ੍ਹਾਂ ਕਿਉਂ ਬੈਠੇ ਹੋ। ਹਾਂਜੀ। ਸਰਬ ਦਇਓਸ ਬੈਠਿਓ ਸੋ ਬਿਤਾਏ। ਮਹਾਰਾਜ ਸਾਰਾ ਦਿਨ ਹੀ ਲੰਘ ਗਿਆ ਅੱਜ ਤੇ। ਮਹਾਰਾਜ ਇੱਕ ਰਸ ਸਾਹਿਬ ਜੀ ਬੈਠੇ ਹੋਏ ਹੋ। ਰਾਵਰ ਨੇ ਪਗ ਨਹੀਂ ਹਿਲਾਏ। ਚਰਨ ਤੱਕ ਨਹੀਂ ਹਿਲਾਇਆ ਮਹਾਰਾਜ। ਆਪਾਂ ਵੀ ਕੋਈ ਵੇਖੀਏ, ਕੋਈ ਟਿਕਿਆ ਵੇਖਦੇ ਵੀ ਹੱਥ ਪੈਰ ਹਿਲਾਉਂਦਾ ਕਿ ਨਹੀਂ ਹਿਲਾਉਂਦਾ ਜੀ। ਮਹਾਰਾਜ ਅੱਜ ਤੇ ਚਰਨ ਤੱਕ ਨਹੀਂ ਹਿਲਾਇਆ ਆਪ ਜੀ ਨੇ। ਦੇਗ ਵੇਖੈ ਭੋਜਨ ਸਭ ਤਿਆਰ, ਧਰਿਓ ਰਹਿਓ ਸੋ ਤਿਸੀ ਪ੍ਰਕਾਰ। ਸਾਰਾ ਦਿਨ ਲੰਗਰ ਉਵੇਂ ਹੀ ਪਿਆ ਰਿਹਾ ਮਹਾਰਾਜ ਅੱਜ। ਹਾਂਜੀ। ਸਿੱਖਿਅਨ ਕੇਰ ਸੰਦੇਹ ਮਹਾਨਾ, ਕਿਆ ਕਾਰਨ ਭਾ ਰਹੋ ਬਖਾਨਾ। ਮਹਾਰਾਜ ਸੂਰਜ ਢਲਣ ਚ 2 ਘੜੀਆਂ ਰਹਿ ਗਈਆਂ ਨੇ। ਮਹਾਰਾਜ ਕੁਛ ਤੇ ਦੱਸੋ ਸਾਨੂੰ। ਹਾਂਜੀ। ਦਾਸਨ ਕੀ ਸੁਣ ਕੈ ਅਰਦਾਸ। ਸੇਵਕਾਂ ਨੇ ਜਦੋਂ ਬਹੁਤੇ ਹੀ ਪ੍ਰੇਮ ਨਾਲ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ। ਬਿਕਸਤ ਮੁਖ ਤੇ ਕੀਨ ਪ੍ਰਕਾਸ਼। ਆਖੋ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਬਿਕਸਤ ਮੁਖ ਤੇ ਕੀਨ ਪ੍ਰਕਾਸ਼। ਮੁਸਕਰਾ ਕੇ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਜੀ। ਫਿਰ ਜੀ ਸਵੇਰ ਦੇ ਹੁਣ ਬੋਲੇ ਜੀ। ਕਾਬਲ ਮਹਿ ਗੋਂਦਾ ਸਿਖ ਰਹੇ, ਧਰੇ ਧਿਆਨ ਦੋਨੋਂ ਪਦ ਗਹੇ। ਕਿਸ ਬਿਦ ਤਿਸ ਤੇ ਚਰਨ ਛੁਟਾਵੋ। ਮਹਾਰਾਜ ਕਹਿਣ ਲੱਗੇ ਕਾਬਲ ਚ ਜਿਹੜਾ ਸਿੱਖ ਰਹਿੰਦਾ ਨਾ ਭਾਈ ਗੋਂਦਾ, ਉਹ ਧਿਆਨ ਚ ਬੈਠਾ ਤੇ ਧਿਆਨ ਚ ਬੈਠੇ ਨੇ ਨਾ ਸਾਡੇ ਦੋਵੇਂ ਚਰਨ ਫੜੇ ਹੋਏ ਨੇ। ਕਹਿਣ ਲੱਗੇ ਹੁਣ ਦੱਸੋ ਚਰਨ ਕਿਵੇਂ ਛਡਾਵਾਂ? ਮਹਾਰਾਜ ਕਹਿਣ ਲੱਗੇ ਉਹ ਛੱਡੇ ਤੇ ਮੈਂ ਉੱਠਾਂ। ਕਹਿਣ ਲੱਗੇ ਹਾਂਜੀ। ਬਿਨਾ ਛੁਟੇ ਕਿਮ ਲੰਗਰ ਜਾਮੋ। ਭਾਈ ਗੋਂਦਾ ਜੀ ਚਰਨ ਹੀ ਨਹੀਂ ਸਾਡੇ ਛੱਡ ਰਹੇ, ਤੇ ਜੇ ਭਾਈ ਗੋਂਦੇ ਨੇ ਚਰਨ ਨਾ ਛੱਡੇ ਤੇ ਅਸੀਂ ਲੰਗਰ ਚ ਕਿਵੇਂ ਜਾ ਸਕਦੇ ਹਾਂ? ਹਾਂਜੀ। ਰਹਿਓ ਉਡੀਕਤ ਸ਼ੋਰੈ ਮੋਹੀ। ਮਹਾਰਾਜ ਕਹਿਣ ਲੱਗੇ ਮੈਂ ਤੇ ਆਪ ਉਡੀਕ ਰਿਹਾ ਭਾਈ ਗੋਂਦਾ ਚਰਨ ਛੱਡਣ ਸਾਡੇ ਜੀ। ਇਹਦਾ ਮਤਲਬ ਸੁਰਤ ਵਿੱਚ ਕਿੰਨੀ ਤਾਕਤ ਹੈਗੀ ਆ ਜੀ। ਦਿੜ ਗਹਿ ਰਾਖਿਓ ਤਿਆਗ ਨਾ ਹੇਹੀ। ਮਹਾਰਾਜ ਕਹਿਣ ਲੱਗੇ ਚਰਨ ਫੜੇ ਵੀ ਬੜੀ ਪੱਕੀ ਤਰ੍ਹਾਂ। ਕਹਿਣ ਲੱਗੇ ਛੱਡਦੇ ਹੀ ਨਹੀਂ। ਜਬ ਸੰਧਿਆ ਹੋਈ ਦਿਨ ਗਇਓ। ਚਲੋ ਮਹਾਰਾਜ ਫਿਰ ਚੁੱਪ ਕਰਕੇ ਬੈਠ ਗਏ ਜੀ। ਸ਼ਾਮਾਂ ਪੈ ਗਈਆਂ। ਰਹਿਰਾਸ ਸਾਹਿਬ ਜੀ ਦਾ ਸਮਾਂ ਹੋ ਗਿਆ ਜੀ। ਤਬ ਗੋਂਦਾ ਜਾਗਤ ਤਹਿ ਭਇਓ। ਜਪਜੀ ਸਾਹਿਬ ਦਾ ਸਵੇਰੇ ਪਾਠ ਕਰਕੇ ਅੱਖਾਂ ਬੰਦ ਕੀਤੀਆਂ ਸੀਗੀਆਂ। ਸ਼ਾਮ ਨੂੰ ਭਾਈ ਗੋਂਦੇ ਨੇ ਅੱਖਾਂ ਖੋਲੀਆਂ ਜੀ ਆਪਣੀਆਂ ਜੀ। ਹਾਂਜੀ। ਛੁੱਟੀ ਸਮਾਦ ਦੇਹ ਸੁਧ ਹੋਈ। ਤੇ ਜਦੋਂ ਭਾਈ ਗੋਂਦੇ ਜੀ ਦੀ ਸਮਾਧੀ ਖੁੱਲੀ, ਅੱਖਾਂ ਖੁੱਲੀਆਂ, ਸਰੀਰ ਦੀ ਸੋਝੀ ਹੋਈ ਉਹਨਾਂ ਨੂੰ।
ਤਾਜੇ ਚਰਨ ਗੁਰ ਕੇ ਤਬ ਦੋਈ। ਫਿਰ ਉਹਨਾਂ ਨੇ ਦੋਵੇਂ ਚਰਨ ਮਹਾਰਾਜ ਦੇ ਛੱਡੇ ਜੀ। ਹਾਂਜੀ, ਉੱਠ ਕਰ ਗਮਨੇ ਸ਼੍ਰੀ ਹਰਿ ਰਾਏ। ਇਧਰੋਂ ਉਹਨਾਂ ਚਰਨ ਛੱਡੇ, ਉਧਰੋਂ ਮਹਾਰਾਜ ਵੀ ਫਿਰ ਆਸਣ ਤੋਂ ਉੱਠ ਖਲੋਤੇ ਜੀ। ਫਿਰ ਵੇਖੋ ਪਿਆਰ ਦੀਆਂ ਖੇਡਾਂ ਜੀ। ਸਦਾ ਪ੍ਰੇਮ ਬਸ ਜਿਨੋ ਸੁਭਾਏ। ਮਹਾਰਾਜ ਗਰੀਬ ਨਵਾਜ ਸਦਾ ਪ੍ਰੇਮ ਦੇ ਵਸ ਵਿੱਚ ਨੇ, ਪ੍ਰੇਮ ਦੇ ਵਸ ਵਿੱਚ ਨੇ। ਹਾਂਜੀ, ਉਧਰੋਂ ਵੇਖ ਲਓ ਭਾਈ ਗੋਂਦਾ ਜੀ ਦਾ ਕਿੰਨਾ ਪ੍ਰੇਮ ਹੋਏਗਾ ਜੀ। ਸਵੇਰ ਦੇ ਚਰਨ ਫੜੇ ਜੀ, ਮਹਾਰਾਜ ਦਾ ਕਿੰਨਾ ਪ੍ਰੇਮ। ਮਹਾਰਾਜ ਨੇ ਵੀ ਛਡਾਏ ਨਹੀਂ ਜੀ। ਫਿਰ ਜੀ ਗੁਰੂ ਹਰਿ ਰਾਏ ਸਾਹਿਬ ਮਿਹਰ ਕਰਨ, ਇਹੋ ਜਿਹੀ ਸੁਰਤ ਦੀ ਦਾਤ ਸਾਨੂੰ ਬਖਸ਼ਣ। ਘੱਟੋ ਘੱਟ ਨਹੀਂ, ਜਿੰਨਾ ਚਿਰ ਤੱਕ ਜਪਜੀ ਸਾਹਿਬ ਕਰਦੇ ਉਦੋਂ ਤੇ ਸੁਰਤ ਟਿਕੇ ਜੀ। ਮਹਾਰਾਜ ਕਿਰਪਾ ਕਰਨ। ਸਮਾਂ ਥੋੜਾ ਵੱਧ ਲਿਆ, ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।